ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਕੁਝ ਦਿਨ ਤੋਂ ਅਸੀਂ ਮਾਰੂ ਕੀ ਵਾਰ ਦੀ ਵਿਚਾਰ ਸਾਂਝੀ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 20 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 21ਵੀਂ ਪੌੜੀ ਦੀ ਵਿਚਾਰ ਆਰੰਭ ਕਰ ਰਹੇ ਹਾਂ। ਇਸ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਔਰ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1093 ਤੇ ਅੰਕਿਤ ਹੈ। ਸ਼ਲੋਕ ਮਹਿਲਾ ਪੰਜਵਾਂ। ਮਾਇਆ ਮਨਹੁ ਨ ਵਿਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿਤ ਨ ਆਵਈ, ਨਾਨਕ ਨਹੀਂ ਕਰਮ। ਮਾਇਆ ਦਾ ਮਤਲਬ ਜੋ ਸਾਡੀ ਇੱਕ ਸੋਚ, ਜੋ ਸਾਨੂੰ ਰੱਬ ਨਾਲੋਂ ਤੋੜਦੀ ਹੈ, ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ ਔਰ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ, ਭਾਉ ਦੂਜਾ ਲਾਇਆ। ਮਾਇਆ ਮਨਹੁ ਨ ਵਿਸਰੈ, ਇਹ ਜਿਹੜੀ ਮਾਇਆ ਵਾਲੀ ਸੋਚ ਹੈ, ਇਹ ਮਨੁੱਖੀ ਮਨ ਦੇ ਵਿੱਚੋਂ ਕਦੇ ਵੀ ਨਹੀਂ ਭੁੱਲਦੀ। ਮਨੁੱਖੀ ਸੋਚ ਨੂੰ ਕਦੇ ਭੁਲਾਉਂਦਾ ਨਹੀਂ, ਇਸ ਸੋਚ ਦੇ ਨਾਲ ਹਮੇਸ਼ਾ ਜੁੜਿਆ ਹੋਇਆ ਹੈ। ਮੰਗੈ ਦਮਾ ਦਮ, ਦਮਾ ਦਮ ਦਾ ਮਤਲਬ ਦਮ ਬਦਮ, ਹਰ ਸਵਾਸ ਦੇ ਨਾਲ। ਹਰ ਸਵਾਸ ਦੇ ਨਾਲ ਬੰਦਾ ਇਸ ਮਾਇਆ ਨੂੰ ਹੀ ਮੰਗੀ ਜਾਂਦਾ ਹੈ। ਭਾਵ ਕਿ ਸੰਸਾਰਿਕ ਪਦਾਰਥ ਹੀ ਲੋੜ ਰਿਹਾ ਹੈ, ਵਿਸ਼ੇ ਵਿਕਾਰਾਂ ਦੇ ਵਿੱਚ ਹੀ ਖਚਤ ਹੈ ਔਰ ਇਸੇ ਸੋਚ ਨੂੰ ਲਗਾਤਾਰ ਮੰਗੀ ਜਾ ਰਿਹਾ ਹੈ। ਮੀਨਸ ਕਿ ਇਸੇ ਸੋਚ ਅਧੀਨ ਜ਼ਿੰਦਗੀ ਜੀਵੀ ਜਾ ਰਿਹਾ ਹੈ। ਸੋ ਪ੍ਰਭ ਚਿਤ ਨਾ ਆਵਈ, ਨਾਨਕ ਨਹੀਂ ਕਰਮ। ਇੱਥੇ ਕਰਮ ਦਾ ਮਤਲਬ ਹੈ ਕਰਮ, ਕੰਮ ਜੋ ਅਸੀਂ ਰੋਜ਼ ਜ਼ਿੰਦਗੀ ਵਿੱਚ ਕਰਦੇ ਹਾਂ, ਉਦਮ। ਸੋ ਪ੍ਰਭ ਚਿਤ ਨਾ ਆਵਈ, ਨਾਨਕ ਨਹੀਂ ਕਰਮ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਹ ਮਨੁੱਖ ਐਸਾ ਕੋਈ ਕਰਮ ਨਹੀਂ ਕਰਦਾ, ਉਦਮ ਨਹੀਂ ਕਰਦਾ ਜਿਹਦੇ ਕਰਕੇ ਪ੍ਰਭੂ ਇਹਦੇ ਚੇਤੇ ਦੇ ਅੰਦਰ ਆਵੇ। ਸੋ ਪ੍ਰਭ ਚਿਤ ਨਾ ਆਵਈ, ਉਹ ਪ੍ਰਭੂ ਇਹਦੇ ਚੇਤੇ ਵਿੱਚ ਹੀ ਨਹੀਂ ਆਉਂਦਾ, ਰੱਬ ਚੇਤੇ ਵਿੱਚ ਨਹੀਂ ਆਉਂਦਾ। ਨਾਨਕ ਨਹੀਂ ਕਰਮ ਦਾ ਮਤਲਬ ਕਿ ਹੇ ਨਾਨਕ, ਇਹੋ ਜਿਹਾ ਇਹਦਾ ਕੋਈ ਉਦਮ ਨਹੀਂ ਹੈ। ਤਾਂ ਮਾਇਆ ਵਾਲੀ ਸੋਚ ਦੇ ਅਧੀਨ ਇਹ ਸਿਰਫ ਵਿਸ਼ੇ ਵਿਕਾਰ ਔਰ ਸੰਸਾਰਿਕ ਪਦਾਰਥ ਹੀ ਮੰਗੀ ਜਾ ਰਿਹਾ ਹੈ। ਇਹਦਾ ਕੋਈ ਐਸਾ ਉਦਮ ਨਹੀਂ ਹੈ, ਇਹਦਾ ਕੋਈ ਐਸਾ ਯਤਨ ਨਹੀਂ ਹੈ ਜਿਸ ਕਰਕੇ ਰੱਬੀ ਗੁਣ ਇਹਦੀ ਜ਼ਿੰਦਗੀ ਦੇ ਅੰਦਰ ਚੇਤੇ ਆਉਣ, ਜਿਸ ਕਰਕੇ ਰੱਬੀ ਰਜ਼ਾ ਦੇ ਅੰਦਰ ਇਹ ਤੁਰੇ। ਇਹ ਬਹੁਤਾਤ ਗਿਣਤੀ ਦੀ ਗੱਲ ਹੈ। ਮਹਿਲਾ ਪੰਜਵਾਂ। ਮਾਇਆ ਸਾਥ ਨ ਚੱਲਈ, ਕਿਆ ਲਪਟਾਵੇਂ ਅੰਧ। ਲਪਟਾਵੇਂ ਦਾ ਮਤਲਬ ਲਪਟਿਆ ਹੋਇਆ ਹੈ, ਚਿੰਬੜਿਆ ਹੋਇਆ ਹੈ। ਅੰਧ ਦਾ ਮਤਲਬ ਅਗਿਆਨੀ, ਅੰਧਾ ਆਦਮੀ। ਮਾਇਆ ਸਾਥ ਨਾ ਚੱਲਈ ਦਾ ਮਤਲਬ ਹੈ ਜੋ ਮਾਇਆ ਵਾਲੀ ਸੋਚ ਹੈ, ਇਹ ਆਤਮਿਕ ਜੀਵਨ ਦੇ ਅੰਦਰ ਸਾਥ ਨਹੀਂ ਦਿੰਦੀ। ਕਿ ਹੇ ਅਗਿਆਨਤਾ ਦੇ ਅੰਦਰ ਅੰਧੇ ਹੋਏ ਮਨੁੱਖ, ਕਿਉਂ ਇਸ ਮਾਇਆ ਵਾਲੀ ਸੋਚ ਨੂੰ ਚਿੰਬੜਿਆ ਹੋਇਆ ਹੈ। ਇਹ ਮਾਇਆ ਵਾਲੀ ਜੋ ਸੋਚ ਹੈ, ਕਦੇ ਵੀ ਆਤਮਿਕ ਜੀਵਨ ਦੇ ਅੰਦਰ ਸਾਥ ਨਹੀਂ ਨਿਭਾਉਂਦੀ। ਆਤਮਿਕ ਜੀਵਨ ਦੇਣ ਦੇ ਵਿੱਚ, ਜੀਵਨ ਜੀਣ ਦੇ ਵਿੱਚ ਇਹਦਾ ਕੋਈ ਸਾਥ ਔਰ ਸਹਿਯੋਗ ਨਹੀਂ ਰਹਿੰਦਾ। ਆਤਮਿਕ ਜੀਵਨ ਦੇ ਅੰਦਰ ਇਸ ਦੀ ਕੋਈ ਸਹਿਯੋਗ ਨਹੀਂ ਹੈ, ਸਾਥ ਨਹੀਂ ਹੈ। ਇਸ ਲਈ ਕੀ ਕਰ, ਗੁਰ ਕੇ ਚਰਨ ਧਿਆਏ ਤੂੰ, ਟੂਟੈ ਮਾਇਆ ਬੰਧ। ਟੂਟੇ ਦਾ ਮਤਲਬ ਟੁੱਟ ਜਾਣ, ਮਾਇਆ ਬੰਧ ਦਾ ਮਤਲਬ ਮਾਇਆ ਦੇ ਜੋ ਬੰਧਨ ਨੇ, ਜੋ ਅਵਿਸ਼ੇ ਵਿਕਾਰਾਂ ਦੇ ਬੰਧਨ ਨੇ, ਜੋ ਮਾਇਆ ਦੀ ਸੋਚ ਨੇ ਜਕੜਿਆ ਹੋਇਆ ਹੈ। ਗੁਰ ਕੇ ਚਰਨ ਦਾ ਮਤਲਬ ਗੁਰੂ ਦੇ ਚਰਨ, ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼। ਧਿਆਏ ਦਾ ਮਤਲਬ ਯਾਦ ਕਰ, ਗੁਰੂ ਦੇ ਉਪਦੇਸ਼ ਨੂੰ ਯਾਦ ਕਰ। ਮੀਨਸ ਗੁਰੂ ਦੇ ਉਪਦੇਸ਼ ਮੁਤਾਬਕ ਜ਼ਿੰਦਗੀ ਜੀ। ਕਿ ਇਹ ਮਨੁੱਖ, ਤੂੰ ਗੁਰੂ ਦੇ ਗਿਆਨ ਨੂੰ ਆਪਣੇ ਹਿਰਦੇ ਵਿੱਚ ਵਸਾ, ਗੁਰੂ ਦੇ ਉਪਦੇਸ਼ ਦਾ ਧਿਆਨ ਧਰ, ਗੁਰੂ ਦੀ ਵਿਚਾਰਧਾਰਾ ਦੇ ਨਾਲ ਆਪਣੇ ਧਿਆਨ ਨੂੰ ਜੋੜ, ਜਿਸ ਕਰਕੇ ਟੂਟੇ ਮਾਇਆ ਬੰਧ, ਜੋ ਤੇਰੇ ਮਾਇਆ ਦੇ ਬੰਧਨ ਨੇ, ਇਹ ਵਿਸ਼ੇ ਵਿਕਾਰਾਂ ਦੇ ਬੰਧਨ ਤੇਰੇ ਟੁੱਟ ਜਾਣ। ਜਦੋਂ ਮਨੁੱਖ ਗੁਰੂ ਦੇ ਸ਼ਬਦ ਦੇ ਨਾਲ ਜੁੜਦਾ ਹੈ, ਜਦੋਂ ਇਹਦੀ ਸੁਰਤ, ਸੋਚ ਗੁਰੂ ਦੀ ਵਿਚਾਰਧਾਰਾ ਦੇ ਨਾਲ ਜੁੜਦੀ ਹੈ, ਸਚਾਈ, ਦਇਆ, ਧਰਮ ਦੇ ਨਾਲ, ਤਾਂ ਉਦੋਂ ਜੋ ਮਾਇਆ ਦੇ ਬੰਧਨ ਨੇ, ਚਾਹੇ ਉਹ ਸੈਲਫਿਸ਼ਨੈਸ ਹੈ, ਮੇਰ ਤੇਰ ਦੇ ਵਿਤਕਰੇ ਨੇ, ਜਾਂ ਵਿਸ਼ੇ ਵਿਕਾਰ, ਪਾਪ ਅਪਰਾਧ ਨੇ, ਉਹ ਟੁੱਟ ਜਾਂਦੇ ਨੇ, ਉਹ ਖਤਮ ਹੋ ਜਾਂਦੇ ਨੇ। ਇਸ ਲਈ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਇਹ ਪਿਆਰਿਓ, ਗੁਰੂ ਦੇ ਉਪਦੇਸ਼ ਦਾ ਧਿਆਨ ਧਰੋ, ਗੁਰੂ ਦੀ ਪਾਵਨ ਬਾਣੀ ਨਾਲ
ਗੁਰੂ ਦੇ ਗਿਆਨ ਦੇ ਨਾਲ, ਗੁਰੂ ਦੀ ਵਿਚਾਰਧਾਰਾ ਦੇ ਨਾਲ ਜੁੜੋ, ਜਿਸ ਕਰਕੇ ਇਹ ਵਿਸ਼ੇ ਵਿਕਾਰਾਂ ਦੇ, ਮਾਇਆ ਦੇ ਬੰਧਨ ਟੁੱਟ ਜਾਣ ਔਰ ਤੁਸੀਂ ਆਤਮਿਕ ਜ਼ਿੰਦਗੀ ਜੀ ਸਕੋ। ਪੌੜੀ ਭਾਣੈ ਹੁਕਮ ਮਨਾਇਓਨ ਭਾਣੈ ਸੁਖ ਪਾਇਆ। ਭਾਣੈ ਦਾ ਮਤਲਬ ਰਜਾ ਵਿੱਚ, ਮਨਾਇਓਨ ਦਾ ਮਤਲਬ ਮਨਾਇਆ ਹੈ ਉਸ ਪ੍ਰਭੂ ਨੇ। ਪ੍ਰਭੂ ਨੇ ਜਿਸ ਮਨੁੱਖ ਤੋਂ ਆਪਣੀ ਰਜਾ ਦੇ ਵਿੱਚ ਆਪਣਾ ਹੁਕਮ ਮਨਾਇਆ ਹੈ, ਉਸ ਬੰਦੇ ਨੇ ਹੀ ਰਜਾ ਦੇ ਵਿੱਚ ਰਹਿ ਕੇ ਸੁਖ ਲੱਭਾ ਹੈ। ਭਾਣੇ ਵਿੱਚ ਪ੍ਰਭੂ ਨੇ ਜਿਸ ਨੂੰ ਆਪਣਾ ਭਾਣਾ ਮਨਾਇਆ ਹੈ, ਉਸਨੇ ਭਾਣੇ ਦੇ ਅੰਦਰ ਹੀ ਸੁਖ ਪਾਇਆ ਹੈ, ਸੁਖ ਲੱਭਿਆ ਹੈ। ਦੇਖੋ, ਰਜਾ ਦੇ ਅੰਦਰ ਹੀ ਰਜਾ ਨੂੰ ਮੰਨਿਆ ਜਾਏਗਾ, ਮਤਲਬ ਇੱਕ ਸਿਸਟਮ ਹੈ, ਇੱਕ ਪੂਰੇ ਦਾ ਪੂਰਾ ਰਜ਼ਾ, ਭਾਣਾ, ਲੇਖ, ਸਿਸਟਮ, ਕੁਦਰਤ ਦੇ ਨਿਯਮ ਜਾਂ ਲਾ ਆਫ ਨੇਚਰ, ਜਿਹੜਾ ਵੀ ਸ਼ਬਦ ਵਰਤ ਕੇ ਚੀਜ਼ ਸਮਝ ਵਿੱਚ ਆ ਜਾਏ, ਤਾਂ ਰਜਾ ਦੇ ਅੰਦਰ ਸੁਖ ਹੈ। ਜੋ ਰਜਾ ਨੂੰ ਮੰਨੇਗਾ, ਉਸ ਬੰਦੇ ਦੀ ਜ਼ਿੰਦਗੀ ਦੇ ਅੰਦਰ ਸੁਖ ਪੈਦਾ ਹੋਏਗਾ। ਤਾਂ ਪ੍ਰਭੂ ਨੇ ਰਜਾ ਦੇ ਵਿੱਚ ਹੀ ਜਿਸ ਤੋਂ ਆਪਣੀ ਰਜਾ ਮਨਾਈ ਹੈ, ਭਾਵ ਜੋ ਪ੍ਰਭੂ ਦੀ ਰਜਾ ਦੇ ਅੰਦਰ ਚੱਲਿਆ ਹੈ, ਉਸਨੇ ਰਜਾ ਦੇ ਅੰਦਰ ਹੀ ਸੁਖ ਪਾਇਆ ਹੈ। ਇਹ ਚੀਜ਼ ਥੋੜੀ ਜੀ ਗੱਲ ਜਿਹੜੀ ਹੈ, ਵਰਡਿੰਗ ਅਸੀਂ ਇਸ ਤਰ੍ਹਾਂ ਦੀ ਵਰਤਾਂਗੇ ਤੇ ਸਾਨੂੰ ਸਮਝ ਆ ਜਾਏਗੀ ਕਿ ਹਰ ਸੁੱਖ ਦੀ ਕੋਈ ਰਿਕੁਆਇਰਮੈਂਟ ਹੈ, ਹਰ ਖੁਸ਼ੀ ਦੀ ਰਿਕੁਆਇਰਮੈਂਟ ਹੈ। ਜੇ ਕੋਈ ਇਨਸਾਨ ਉਹ ਰਿਕੁਆਇਰਮੈਂਟ ਪੂਰੀ ਕਰੇਗਾ ਤਾਂ ਹੀ ਉਹ ਸੁੱਖ ਨੂੰ ਪਾ ਸਕਦਾ ਹੈ। ਮੰਨ ਲਓ ਕਿ ਅਸੀਂ ਪ੍ਰੇਮ ਦਾ ਸੁੱਖ ਮਾਨਣਾ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਅੰਦਰ ਸੁੱਖ ਸ਼ਾਂਤੀ, ਪਰਿਵਾਰ ਦੇ ਵਿੱਚ ਪਿਆਰ ਮੁਹੱਬਤ ਪੈਦਾ ਹੋਏ ਔਰ ਅਸੀਂ ਪਿਆਰ ਦੇ ਨਾਲ ਜ਼ਿੰਦਗੀ ਜੀ ਸਕੀਏ। ਹੁਣ ਇਹ ਰਿਕੁਆਇਰਮੈਂਟ ਹੈ ਕਿ ਸਾਨੂੰ ਇੱਕ ਦੂਜੇ ਦੇ ਨਾਲ ਪਿਆਰ ਕਰਨਾ ਹੋਵੇਗਾ। ਜਿਹੜੇ ਇਨਸਾਨ ਸੱਚਾਈ ਔਰ ਪਿਆਰ ਵਾਲੀ ਜ਼ਿੰਦਗੀ ਜੀਣਗੇ, ਉਹਨਾਂ ਨੂੰ ਹੀ ਉਸ ਪਿਆਰ ਔਰ ਸੱਚਾਈ ਦਾ ਸੁੱਖ ਮਿਲੇਗਾ। ਤੇ ਜੇ ਕੋਈ ਲੋਕ ਆਪਸ ਦੇ ਅੰਦਰ ਈਰਖਾ ਕਰਨ, ਜੈਲਸੀ ਕਰਨ ਔਰ ਬੇਈਮਾਨੀ ਅੰਦਰ ਰੱਖਣ, ਤਾਂ ਉਹਨਾਂ ਨੂੰ ਪਿਆਰ ਔਰ ਸੱਚਾਈ ਦਾ ਸੁੱਖ ਨਹੀਂ ਮਿਲੇਗਾ। ਰਿਕੁਆਇਰਮੈਂਟ ਹੈ ਹਰ ਚੀਜ਼ ਦੀ। ਪਿਆਸ ਬੁਝ ਸਕਦੀ ਹੈ, ਪਰ ਰਿਕੁਆਇਰਮੈਂਟ ਹੈ ਜੇ ਪਾਣੀ ਪੀਓਗੇ। ਭੁੱਖ ਮਿਟ ਸਕਦੀ ਹੈ, ਪਰ ਉਹਦੇ ਲਈ ਰਿਕੁਆਇਰਮੈਂਟ ਹੈ ਜੇ ਰੋਟੀ ਖਾਓਗੇ। ਸੁੱਖ ਮਿਲ ਸਕਦਾ ਹੈ ਜ਼ਿੰਦਗੀ 'ਚ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ, ਲੇਕਿਨ ਉਹਦੇ ਵਾਸਤੇ ਰਿਕੁਆਇਰਮੈਂਟ ਹੈ ਕਿ ਰਜਾ ਵਿੱਚ ਤੁਰੋਗੇ, ਉਸ ਸਿਸਟਮ ਨੂੰ ਫੋਲੋ ਕਰੋਗੇ, ਤਾਂ ਜ਼ਿੰਦਗੀ ਦੇ ਅੰਦਰ ਸੁੱਖ ਪੈਦਾ ਹੋਏਗਾ, ਵਰਨਾ ਨਹੀਂ ਹੋਏਗਾ। ਤਾਂ ਗੁਰੂ ਜੀ ਕਹਿੰਦੇ ਨੇ, ਪ੍ਰਭੂ ਨੇ ਜਿਸ ਮਨੁੱਖ ਤੋਂ ਆਪਣੀ ਰਜਾ ਵਿੱਚ ਆਪਣਾ ਹੁਕਮ ਮਨਾਇਆ ਹੈ, ਉਸ ਮਨੁੱਖ ਨੇ ਹੀ ਰਜਾ ਦੇ ਅੰਦਰ ਜਿਹੜਾ ਹੈ ਸੁੱਖ ਲੱਭਾ ਹੈ। ਭਾਣੈ ਸਤਿਗੁਰ ਮੇਲਿਓਨ ਭਾਣੈ ਸੱਚ ਧਿਆਇਆ। ਮੇਲਿਓਨ ਦਾ ਮਤਲਬ ਮਿਲਾਇਆ ਹੈ। ਪ੍ਰਭੂ ਨੇ ਆਪਣੀ ਰਜਾ ਵਿੱਚ ਹੀ ਜਿਸ ਮਨੁੱਖ ਨੂੰ ਗੁਰੂ ਮਿਲਾਇਆ ਹੈ, ਉਹ ਮਨੁੱਖ ਰਜਾ ਵਿੱਚ ਰਹਿ ਕੇ ਹੀ ਸੱਚ ਦਾ ਧਿਆਨ ਧਰਦਾ ਹੈ। ਉਹਨੇ ਆਪਣੇ ਅੰਦਰ ਸੱਚ ਨੂੰ ਟਿਕਾ ਲਿਆ ਹੈ। ਕੌਣ? ਰਜਾ ਦੇ ਵਿੱਚ ਹੀ ਹੁਣ ਸਤਿਗੁਰ ਮਿਲੇਗਾ। ਦੇਖੋ, ਗੁਰੂ ਦੇ ਨਾਲ ਮਿਲਣ ਵਾਸਤੇ ਰਿਕੁਆਇਰਮੈਂਟ ਹੈ ਨਾ। ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੀਏ ਤਾਂ ਉਹਦੇ ਵਾਸਤੇ ਰਿਕੁਆਇਰਮੈਂਟ ਹੈ ਕਿ ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਪ ਪੜ੍ਹੀਏ, ਗੁਰਬਾਣੀ ਦਾ ਪਾਠ ਸਿੱਖੀਏ, ਗੁਰਬਾਣੀ ਦੇ ਅਰਥ ਪੜ੍ਹੀਏ ਔਰ ਗੁਰਬਾਣੀ ਤੇ ਅਮਲ ਕਰੀਏ। ਤੇ ਜਦੋਂ ਅਸੀਂ ਗੁਰਬਾਣੀ ਤੇ ਅਮਲ ਕਰਾਂਗੇ ਤਾਂ ਸਾਡੀ ਜ਼ਿੰਦਗੀ ਦੇ ਅੰਦਰ ਸੁੱਖ ਪੈਦਾ ਹੋ ਜਾਏਗਾ। ਤੇ ਜੇ ਕੋਈ ਇਸ ਰਿਕੁਆਇਰਮੈਂਟ ਨੂੰ ਪੂਰਾ ਨਾ ਕਰੇ, ਬਾਣੀ ਆਪ ਨਾ ਪੜ੍ਹੇ, ਬਾਣੀ ਦੇ ਅਰਥ ਭਾਵ ਨਾ ਵਿਚਾਰੇ, ਗੁਰਬਾਣੀ ਤੇ ਅਮਲ ਨਾ ਕਰੇ, ਤਾਂ ਫਿਰ ਇਹ ਸੱਚ ਵਾਲਾ ਸੁੱਖ ਜਿਹੜਾ ਹੈ ਮਿਲ ਨਹੀਂ ਪਾਏਗਾ। ਫਿਰ ਸੱਚ ਦੇ ਨਾਲ ਬੰਦਾ ਨਹੀਂ ਜੁੜ ਪਾਏਗਾ। ਤੇ ਜਦੋਂ ਅਮਲ ਨਹੀਂ ਕਰੇਗਾ ਤਾਂ ਉਹ ਸੁੱਖ ਸ਼ਾਂਤੀ, ਉਹ ਆਨੰਦ ਪ੍ਰਸੰਨਤਾ, ਮਹਾਨ ਜੀਵਨ, ਉੱਚਾ ਸੁੱਚਾ ਆਚਰਨ ਆਦਰਸ਼ ਜੋ ਗੁਰਬਾਣੀ ਅਨੁਸਾਰ ਚੱਲ ਕੇ ਜ਼ਿੰਦਗੀ ਜੀਣੀ ਸੀ, ਉਹ ਨਹੀਂ ਮਿਲੇਗਾ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਿ ਪ੍ਰਭੂ ਦੀ ਰਜਾ ਵਿੱਚ ਹੀ ਜਿਨ੍ਹਾਂ ਨੂੰ ਗੁਰੂ ਦਾ ਮਿਲਾਪ ਹੋਇਆ ਹੈ, ਪ੍ਰਭੂ ਦੀ ਰਜਾ ਦੇ ਅੰਦਰ ਸੱਚ ਧਿਆਇਆ ਦਾ ਮਤਲਬ ਉਹਨਾਂ ਨੇ ਸੱਚ ਨੂੰ ਆਪਣੇ ਧਿਆਨ ਦੇ ਅੰਦਰ ਟਿਕਾਇਆ ਹੈ। ਉਹ ਮਨ, ਬਚਨ, ਕਰਮ ਕਰਕੇ ਸੱਚ ਦੇ ਨਾਲ ਜੁੜੇ ਨੇ। ਭਾਣੇ ਜੀਵੜ ਹੋਰ ਦਾਤ ਨਾਹੀ ਸੱਚ ਆਖ ਸੁਣਾਇਆ। ਦਾਤ ਦਾ ਮਤਲਬ ਬਖਸ਼ਿਸ਼, ਸੱਚ ਆਖ ਦਾ ਮਤਲਬ ਸੱਚ ਆਖ ਕੇ, ਸੁਣਾਇਆ ਦਾ ਮਤਲਬ ਦੂਜਿਆਂ ਨੂੰ ਵੀ ਸੁਣਾਇਆ ਹੈ।
ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਭਾਣੇ ਜਿੱਡੀ ਹੋਰ ਕੋਈ ਵੱਡੀ ਦਾਤ ਨਹੀਂ ਹੈ, ਹੋਰ ਕੋਈ ਵੱਡੀ ਬਖਸ਼ਿਸ਼ ਨਹੀਂ ਹੈ। ਰਜਾ ਦੇ ਵਿੱਚ ਰਹਿਣਾ, ਭਾਣੇ ਵਿੱਚ ਰਹਿਣਾ, ਇਹ ਸਭ ਤੋਂ ਵੱਡੀ ਦਾਤ ਹੈ, ਸਭ ਤੋਂ ਵੱਡੀ ਬਖਸ਼ਿਸ਼ ਹੈ, ਸਭ ਤੋਂ ਵੱਡੀ ਪ੍ਰਾਪਤੀ ਹੈ। ਜੇ ਕੋਈ ਦੁਨੀਆ ਦੇ ਅੰਦਰ ਸਭ ਤੋਂ ਉੱਚਾ ਸੁੱਚਾ ਮਹਾਨ ਕਾਰਜ ਹੈ ਤਾਂ ਉਹ ਹੈ ਰਜਾ ਦੇ ਵਿੱਚ ਰਹਿਣਾ, ਭਾਣੇ ਵਿੱਚ ਰਹਿਣਾ, ਕੁਦਰਤੀ ਨੇਮਾਂ ਅਨੁਸਾਰ ਜ਼ਿੰਦਗੀ ਜੀਣੀ, ਗੁਰਬਾਣੀ ਦੇ ਆਸ਼ੇ ਮੁਤਾਬਕ ਜੀਵਨ ਜੀਣਾ, ਇਸ ਰੱਬੀ ਰਜਾ ਨੂੰ, ਆਪਣੇ ਜੀਵਨ ਨੂੰ ਰੱਬੀ ਰਜਾ ਦੇ ਅੰਦਰ ਢਾਲਣਾ, ਇਸ ਤੋਂ ਵੱਡੀ ਕੋਈ ਦਾਤ ਨਹੀਂ ਹੈ। ਕਿਉਂਕਿ ਹੋਰ ਕੋਈ ਢੰਗ ਤਰੀਕਾ ਹੈ ਹੀ ਨਹੀਂ ਜ਼ਿੰਦਗੀ ਦੇ ਵਿਕਾਸ ਦਾ। ਸਰੀਰਕ, ਮਾਨਸਿਕ, ਬੌਧਿਕ, ਆਤਮਿਕ ਜੋ ਵੀ ਹੈ ਉਹ ਰਜਾ ਭਾਣੇ ਦੇ ਵਿੱਚ ਹੀ ਵਿਕਾਸ ਉਹਦਾ ਹੋਏਗਾ, ਜੇ ਅਸੀਂ ਨੇਮਾਂ ਨੂੰ ਫੋਲੋ ਕਰਾਂਗੇ। ਤੇ ਜੇ ਅਸੀਂ ਉਹਨਾਂ ਨੇਮਾਂ ਨੂੰ ਫੋਲੋ ਨਹੀਂ ਕਰਦੇ ਤਾਂ ਫਿਰ ਸਾਡੇ ਜੀਵਨ ਦੇ ਅੰਦਰ ਵਿਕਾਸ ਨਹੀਂ ਹੋਏਗਾ। ਜਿੰਨੇ ਵੀ ਆ ਸਾਇੰਟਿਸਟ ਲੋਕ ਨੇ, ਡਾਕਟਰ ਨੇ, ਉਹ ਕੁਦਰਤੀ ਨੇਮਾਂ ਨੂੰ ਉਹਨਾਂ ਨੇ ਵੇਖਿਆ ਹੈ, ਸਮਝਿਆ ਹੈ, ਉਹਨਾਂ ਨੂੰ ਫੋਲੋ ਕੀਤਾ ਹੈ ਤੇ ਉਸ ਹੁਕਮ ਦੇ ਵਿੱਚ, ਸਿਸਟਮ ਦੇ ਅੰਦਰ ਕਿੱਡੀਆਂ ਵੱਡੀਆਂ ਖੋਜਾਂ ਕੀਤੀਆਂ ਨੇ, ਕਿੱਡੀਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ। ਤੇ ਜੇ ਉਹ ਸਿਸਟਮ ਨੂੰ ਛੱਡ ਦੇਣ ਤਾਂ ਫਿਰ ਇਹ ਪ੍ਰਾਪਤੀਆਂ ਨਹੀਂ ਹੋ ਸਕਣਗੀਆਂ। ਤਾਂ ਗੁਰੂ ਜੀ ਕਹਿੰਦੇ ਨੇ ਇਸ ਦੁਨੀਆ ਦੇ ਅੰਦਰ ਜੇ ਸਭ ਤੋਂ ਵੱਡੀ ਦਾਤ ਔਰ ਬਖਸ਼ਿਸ਼ ਹੈ ਨਾ, ਪ੍ਰਾਪਤੀ ਹੈ, ਉਹ ਹੈ ਰਜਾ ਦੇ ਵਿੱਚ ਰਹਿਣਾ, ਉਹ ਹੈ ਭਾਣੇ ਦੇ ਅੰਦਰ ਰਹਿਣਾ। ਤੇ ਜਿਹੜੇ ਰਜਾ ਔਰ ਭਾਣੇ ਦੇ ਅੰਦਰ ਰਹਿੰਦੇ ਨੇ, ਸੱਚ ਆਖ ਸੁਣਾਇਆ, ਉਹ ਸੱਚ ਨੂੰ ਆਪ ਵੀ ਅਪਣਾਉਂਦੇ ਨੇ ਔਰ ਉਹ ਸੱਚ ਆਖ ਕੇ ਲੋਕਾਂ ਨੂੰ ਵੀ ਸੁਣਾਉਂਦੇ ਨੇ। ਉਹ ਇਹ ਗੱਲ ਡੰਕੇ ਦੀ ਚੋਟ ਦੇ ਨਾਲ ਕਹਿੰਦੇ ਨੇ ਕਿ ਰਜਾ ਤੋਂ ਬਿਨਾਂ ਇਹ ਜ਼ਿੰਦਗੀ ਸਫਲ ਨਹੀਂ ਹੋ ਸਕਦੀ। ਤੇ ਜੋ ਰਜਾ ਭਾਣੇ ਵਿੱਚ ਰਹਿੰਦੇ ਨੇ ਫਿਰ ਉਹ ਸੱਚ ਆਖ ਕੇ ਸੁਣਾਉਂਦੇ ਨੇ, ਸੱਚ ਬੋਲਦੇ, ਸੱਚ ਵੇਖਦੇ, ਸੱਚ ਕਮਾਉਂਦੇ, ਸੱਚ ਦਾ ਸੰਗ੍ਰਹਿਣ ਕਰਦੇ ਨੇ। ਉਹ ਮਨ ਬਚਨ ਕਰਮ ਕਰਕੇ ਸੱਚੇ ਹੋ ਜਾਂਦੇ ਨੇ। ਜਿਨ੍ਹਾਂ ਨੇ ਮਨ ਬਚਨ ਕਰਮ ਕਰਕੇ ਸੱਚ ਨੂੰ ਅਪਣਾ ਲਿਆ, ਸੱਚ ਦਾ ਸੁੱਖ ਪਾ ਲਿਆ, ਉਹ ਫਿਰ ਲੋਕਾਂ ਨੂੰ ਵੀ ਸੱਚ ਹੀ ਆਖ ਕੇ ਸੁਣਾਉਂਦੇ ਨੇ, ਕਿਉਂਕਿ ਉਹਨਾਂ ਦੀ ਆਪਣੀ ਜ਼ਿੰਦਗੀ ਦਾ ਤਜਰਬਾ ਹੁੰਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਭਾਣੇ ਜਿੱਡੀ ਵੱਡੀ ਹੋਰ ਕੋਈ ਦਾਤ ਨਹੀਂ ਹੈ, ਸਭ ਤੋਂ ਵੱਡੀ ਬਖਸ਼ਿਸ਼ ਹੀ ਇਹ ਹੈ। ਇਹ ਗੱਲ ਗੁਰੂ ਜੀ ਸੱਚ ਆਖ ਕੇ ਸੁਣਾ ਰਹੇ ਨੇ। ਜਿਨ ਕੋ ਪੂਰਬ ਲਿਖਿਆ ਤਿਨ ਸੱਚ ਕਮਾਇਆ। ਪੂਰਬ ਦਾ ਮਤਲਬ ਮੁੱਢ ਤੋਂ, ਜੋ ਪਿਛਲਾ ਸਮਾਂ ਬੀਤ ਗਿਆ ਸਾਡੀ ਜ਼ਿੰਦਗੀ ਦਾ। ਜਿਨ ਕੋ ਦਾ ਮਤਲਬ ਜਿਨ੍ਹਾਂ ਦੇ ਮਸਤਕ ਤੇ ਪੂਰਬ ਵਿੱਚ ਲਿਖਿਆ ਹੈ। ਲਿਖਿਆ ਦਾ ਮਤਲਬ ਜਿਨ੍ਹਾਂ ਨੇ ਸ਼ੁਰੂ ਤੋਂ ਹੀ ਇਹ ਲੇਖ ਲਿਖੇ ਨੇ, ਰਜਾ ਬਾਰੇ ਸੋਚਿਆ ਹੈ, ਰਜਾ ਬਾਰੇ ਬੋਲਿਆ ਹੈ, ਰਜਾ ਦੇ ਵਿੱਚ ਰਹੇ ਨੇ, ਜਿਨ੍ਹਾਂ ਦੇ ਅੰਦਰ ਇਹ ਸੰਸਕਾਰ ਸ਼ੁਰੂ ਤੋਂ ਹੀ ਪਏ ਨੇ, ਜਿਨ੍ਹਾਂ ਨੇ ਆਪਣਾ ਸੁਭਾਅ ਐਸਾ ਬਣਾ ਲਿਆ ਹੈ ਸ਼ੁਰੂ ਤੋਂ ਲੈ ਕੇ। ਤਿੰਨ ਸੱਚ ਕਮਾਇਆ। ਗੁਰੂ ਜੀ ਕਹਿੰਦੇ ਨੇ ਉਹ ਸੱਚ ਕਮਾਉਂਦੇ ਨੇ, ਉਹ ਸੱਚ ਦੇ ਨਾਲ ਜੁੜਦੇ ਨੇ, ਉਹ ਸੱਚੀ ਜ਼ਿੰਦਗੀ ਜੀਂਦੇ ਨੇ, ਜਿਨ੍ਹਾਂ ਦੇ ਅੰਦਰ ਇਹ ਸੰਸਕਾਰ ਲਿਖੇ ਹੋਏ ਨੇ। ਔਰ ਹਕੀਕਤ ਹੈ, ਦੇਖੋ, ਜੈਸਾ ਕਿਸੇ ਨੇ ਸੁਭਾਅ ਬਣਾ ਲਿਆ ਜੀ, ਤਾਂ ਕਿਸੇ ਨੇ ਸੱਚ ਬੋਲਣ ਵਾਲਾ ਸੁਭਾਅ ਬਣਾਇਆ ਹੋਇਆ ਹੈ ਤਾਂ ਉਹ ਹਮੇਸ਼ਾ ਸੱਚ ਬੋਲੇਗਾ, ਭਲੇ ਕਰਮ ਕਰੇਗਾ। ਜਿਹਦਾ ਨਿਮਰਤਾ ਵਾਲਾ ਸੁਭਾਅ ਹੈ, ਉਹ ਨਿਮਰਤਾ ਦੇ ਵਿੱਚ ਰਹਿ ਰਿਹਾ, ਕਿਉਂਕਿ ਸੁਭਾਅ ਵਿੱਚ ਨੇ ਨਾ ਚੀਜ਼ਾਂ, ਅੰਦਰ ਸਬਕੌਂਸ਼ੀਅਸ ਮਾਈਂਡ ਵਿੱਚ ਪਈਆਂ ਨੇ। ਔਰ ਵੈਸੇ ਹੀ ਬਚਨ, ਵੈਸਾ ਹੀ ਬਿਹੇਵੀਅਰ ਆਟੋਮੈਟਿਕਲੀ ਚੱਲੀ ਜਾਂਦਾ ਹੈ। ਲੇਕਿਨ ਕੁਝ ਲੋਕ ਨੇ, ਉਹਨਾਂ ਨੇ ਆਪਣੇ ਸੁਭਾਅ ਬਣਾ ਲਿਆ ਹੈ ਝੂਠ ਬੋਲਣਾ, ਈਰਖਾ ਕਰਨੀ, ਹੰਕਾਰ ਵਿੱਚ ਰਹਿਣਾ, ਕੌੜੇ ਬੋਲ ਬੋਲਨੇ, ਪੁੱਠੇ ਪਾਸੇ ਜਾਣਾ। ਆਟੋਮੈਟਿਕਲੀ ਉਹਨਾਂ ਦੀ ਜ਼ਬਾਨ ਚੋਂ, ਉਹਨਾਂ ਦੇ ਬਿਹੇਵੀਅਰ ਦੇ ਵਿੱਚੋਂ ਇਹ ਸਾਰਾ ਕੁਝ ਪ੍ਰਗਟ ਹੋ ਹੀ ਜਾਂਦਾ ਹੈ, ਕਿਉਂਕਿ ਪ੍ਰੈਕਟਿਸ ਹੀ ਇੰਨੀ ਹੋ ਗਈ ਹੈ। ਜਿਵੇਂ ਹੁਣ ਇੱਕ ਆਦਮੀ ਸ਼ੁਰੂ ਚ ਕਾਰ ਡਰਾਈਵਿੰਗ ਸਿੱਖਦਾ ਹੈ ਨਾ, ਤਾਂ ਉਹ ਪਹਿਲੋਂ ਕਲੱਚ ਦਬਾਉਣਾ ਹੈ ਤੇ ਕਲੱਚ ਵੱਲ ਵੇਖਣ ਲੱਗ ਪੈਂਦਾ ਹੈ। ਕਦੇ ਗੇਅਰ ਦੂਜਾ ਪੈ ਜਾਂਦਾ ਹੈ, ਕਦੇ ਬ੍ਰੇਕ ਲੱਗ ਜਾਂਦੀ ਹੈ, ਕਦੇ ਰੇਸ ਦੱਬੀ ਜਾਂਦੀ ਹੈ, ਕਦੇ ਕੁਛ ਕਦੇ ਕੁਛ। ਕਿੰਨਾ ਧਿਆਨ ਲੱਗਦਾ ਨਾ। ਫਿਰ ਜਿਵੇਂ ਜਿਵੇਂ ਹੌਲੇ ਹੌਲੇ ਪ੍ਰੈਕਟਿਸ ਹੋ ਜਾਂਦੀ ਹੈ, ਉਹ ਚੀਜ਼ਾਂ ਦਿਮਾਗ ਦੇ ਵਿੱਚ ਬਹਿ ਜਾਂਦੀਆਂ ਨੇ, ਫਿਰ ਬੰਦਾ ਕਲੱਚ ਬ੍ਰੇਕ ਵੱਲ ਵੇਖਦਾ ਨਹੀਂ, ਆਟੋਮੈਟਿਕਲੀ ਸਾਰਾ ਕੁਝ ਹੋ ਜਾਂਦਾ। ਬੰਦਾ ਗੱਲਾਂ ਵੀ ਕਰੀ ਜਾਂਦਾ, ਆਟੋਮੈਟਿਕਲੀ ਸਾਰਾ ਕੁਝ ਚਲਾਈ ਜਾਂਦਾ, ਕਿਉਂਕਿ ਪ੍ਰੈਕਟਿਸ ਹੋ ਗਈ ਨਾ। ਫਿਰ ਉਹਨੂੰ ਵਰਤੋਂ ਵਿੱਚ ਲਿਆਉਂਦਾ ਹੈ। ਇਸੇ ਤਰ੍ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਸ਼ੁਰੂ ਤੋਂ ਹੀ ਸੱਚੇ, ਪਿਆਰੇ, ਮਿੱਠੇ ਸੰਸਕਾਰ ਪੈਦਾ ਕੀਤੇ ਨੇ, ਜਿਨ੍ਹਾਂ ਨੇ ਆਪਣੇ ਅੰਦਰ ਇਹ ਚੀਜ਼ਾਂ ਲਿਖੀਆਂ ਨੇ, ਆਪਣੇ ਅੰਦਰ ਸੁਭਾਅ ਬਣਾਇਆ ਹੈ, ਫਿਰ ਉਹਨਾਂ ਦਾ ਪੱਕਾ ਸੁਭਾਅ ਬਣ ਜਾਂਦਾ। ਫਿਰ ਉਹ ਸੱਚ ਕਮਾਉਂਦੇ ਨੇ ਔਰ ਆਟੋਮੈਟਿਕਲੀ ਸੱਚ ਕਮਾਈ ਜਾ ਰਹੇ ਨੇ, ਸੱਚ ਬੋਲੀ ਜਾ ਰਹੇ ਨੇ। ਬਿਨਾਂ ਪ੍ਰੈਕਟਿਸ ਤੋਂ ਹੀ ਉਹਨਾਂ ਦੇ ਅੰਦਰੋਂ ਸੱਚ ਨਿਕਲੀ ਜਾ ਰਿਹਾ ਹੈ। ਤਾਂ ਜਿਨ੍ਹਾਂ ਨੇ ਸ਼ੁਰੂ ਤੋਂ ਹੀ ਆਪਣੀ ਜ਼ਿੰਦਗੀ ਅੰਦਰ ਚੰਗੇ ਸੰਸਕਾਰ ਲਿਖੇ ਨੇ, ਉਹ ਇਨਸਾਨ ਹੀ ਸੱਚ ਕਮਾਉਂਦੇ ਨੇ, ਸੱਚਾ ਜੀਵਨ ਜੀਂਦੇ ਨੇ।
ਨਾਨਕ ਤਿਸ ਸਰਣਾਗਤੀ ਜਿਨ ਜਗਤ ਉਪਾਇਆ। हे ਨਾਨਕ ਉਸ ਪ੍ਰਭੂ ਦੀ ਸ਼ਰਨ ਵਿੱਚ ਰਹੋ। ਜਿਨ ਜਗਤ ਉਪਾਇਆ ਦਾ ਮਤਲਬ ਜਿਸ ਨੇ ਜਗਤ ਪੈਦਾ ਕੀਤਾ ਹੈ। ਤਾਂ ਗੁਰੂ ਜੀ ਕਹਿੰਦੇ ਨੇ हे ਭਾਈ ਉਸ ਪ੍ਰਭੂ ਦੀ ਸ਼ਰਨ ਵਿੱਚ ਰਹੋ ਜਿਸ ਨੇ ਜਗਤ ਪੈਦਾ ਕੀਤਾ ਹੈ। ਸ਼ਰਨ ਵਿੱਚ ਰਹਿਣ ਦਾ ਮਤਲਬ ਆਪਾ ਤਿਆਗ ਕੇ ਉਹਦੀ ਰਜ਼ਾ ਦੇ ਵਿੱਚ ਰਹੋ, ਉਹਦੇ ਭਾਣੇ ਦੇ ਵਿੱਚ ਰਹੋ, ਉਸ ਪ੍ਰਭੂ ਦੀ ਸਿਫਤ ਸਲਾਹ ਕਰ, ਉਹਦੇ ਗੁਣਾਂ ਨੂੰ ਗਾ ਜਿਸ ਨੇ ਜਗਤ ਪੈਦਾ ਕੀਤਾ ਹੈ। ਸ਼ਲੋਕ ਮਹਿਲਾ ਤੀਜਾ। ਜਿਨ ਕੋ ਅੰਦਰ ਗਿਆਨ ਨਾਹੀ ਭੈ ਕੀ ਨਾਹੀ ਬਿੰਦ। ਬਿੰਦ ਦਾ ਮਤਲਬ ਬੂੰਦ ਯਾਨੀ ਰੰਚਕ ਮਾਤਰ, ਥੋੜਾ ਜਿਹਾ ਵੀ। ਜਿਨ੍ਹਾਂ ਮਨੁੱਖਾਂ ਦੇ ਅੰਦਰ ਪ੍ਰਭੂ ਦਾ ਡਰ ਨਹੀਂ, ਭੈ ਕੀ ਨਾਹੀ ਬਿੰਦ ਦਾ ਮਤਲਬ ਪ੍ਰਭੂ ਦੇ ਡਰ ਦੀ ਬੂੰਦ ਨਹੀਂ ਹੈ, ਰੰਚਕ ਮਾਤਰ ਵੀ ਡਰ ਨਹੀਂ ਹੈ। ਔਰ ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਨਾਲ ਗਿਆਨ ਨਹੀਂ, ਪ੍ਰਭੂ ਦਾ ਜਾਣ ਪਛਾਣ ਨਹੀਂ, ਗਿਆਨ ਦਾ ਮਤਲਬ ਜਾਣ ਪਹਿਚਾਨ, ਜਿਨ੍ਹਾਂ ਨੂੰ ਰੱਬੀ ਗੁਣਾਂ ਬਾਰੇ ਗਿਆਨ ਨਹੀਂ, ਸਮਝ ਨਹੀਂ, ਭਾਵ ਕਿ ਜੋ ਰੱਬੀ ਗੁਣਾਂ ਦੇ ਨਾਲ ਜਿਨ੍ਹਾਂ ਨੇ ਆਪਣੀ ਸਾਂਝ ਨਹੀਂ ਬਣਾਈ, ਔਰ ਜਿਨ੍ਹਾਂ ਦੇ ਅੰਦਰ ਪ੍ਰਭੂ ਦਾ ਡਰ ਅਦਬ ਨਹੀਂ, ਨਾ ਤਾਂ ਰੱਬੀ ਗੁਣਾਂ ਦੇ ਨਾਲ ਸਾਂਝ ਹੈ, ਸੱਚ ਨਾਲ, ਦਇਆ ਨਾਲ, ਪਿਆਰ ਨਾਲ, ਮੁਹੱਬਤ ਨਾਲ, ਇਹਨਾਂ ਗੁਣਾਂ ਦੇ ਨਾਲ ਸਾਂਝ ਨਹੀਂ ਹੈ, ਜਾਣ ਪਛਾਣ ਨਹੀਂ ਹੈ, ਇਹਨਾਂ ਗੁਣਾਂ ਨੂੰ ਵਰਤ ਨਹੀਂ ਰਹੇ। ਪਹਿਲੀ ਗੱਲ ਗੁਣਾਂ ਦੇ ਧਾਰਨੀ ਨਹੀਂ, ਤੇ ਦੂਜੀ ਗੱਲ ਅੰਦਰ ਡਰ ਵੀ ਨਹੀਂ ਹੈ ਵੀ ਸੱਚ ਨਾ ਬੋਲਾਂਗੇ ਤੇ ਕੀ ਹੋ ਜਾਏਗਾ। ਅੰਦਰ ਡਰ ਵੀ ਨਹੀਂ ਹੈ, ਅੰਦਰ ਐਸੀ ਸੋਚ ਵੀ ਨਹੀਂ ਕਿ ਅਸੀਂ ਸੱਚ ਬੋਲੀਏ, ਅੰਦਰ ਐਸਾ ਡਰ ਵੀ ਨਹੀਂ ਕਿ ਗੁਣਾਂ ਨਾਲੋਂ ਟੁੱਟ ਗਏ ਤਾਂ ਸਾਡੀ ਆਤਮਿਕ ਮੌਤ ਹੋ ਜਾਏਗੀ, ਜੀਵਨ ਬਰਬਾਦ ਹੋਏਗਾ, ਸਮਾਜ ਵਿੱਚ ਬੁਰਾਈਆਂ ਫੈਲਣਗੀਆਂ, ਇਹਨਾਂ ਚੀਜ਼ਾਂ ਦਾ ਡਰ ਵੀ ਨਹੀਂ। ਤਾਂ ਜਿਨ੍ਹਾਂ ਮਨੁੱਖਾਂ ਦੇ ਅੰਦਰ ਪ੍ਰਭੂ ਦੇ ਗੁਣਾਂ ਦੇ ਨਾਲ ਸਾਂਝ ਨਹੀਂ ਹੈ, ਜਿਨ੍ਹਾਂ ਦੇ ਅੰਦਰ ਰੰਚਕ ਮਾਤਰ ਵੀ ਰੱਬ ਦਾ ਡਰ ਅਦਬ ਭੈ ਨਹੀਂ ਹੈ, ਨਾਨਕ ਮੁਇਆਂ ਕਾ ਕਿਆ ਮਾਰਨਾ ਜੇ ਆਪ ਮਾਰੇ ਗੋਬਿੰਦ। ਮੁਇਆਂ ਦਾ ਮਤਲਬ ਜਿਹੜੇ ਮਰੇ ਹੋਏ ਨੇ, ਆਪ ਮਾਰੇ ਗੋਬਿੰਦ ਦਾ ਮਤਲਬ ਜਿਹੜੇ ਰੱਬ ਵੱਲੋਂ ਮਾਰੇ ਗਏ ਨੇ। ਤਾਂ ਜੋ ਆਤਮਿਕ ਮੌਤੇ ਹੋਏ, ਮੋਏ ਹੋਏ ਨੇ, ਗੁਰੂ ਜੀ ਕਹਿੰਦੇ ਨੇ ਮਾਨੋ ਉਹਨਾਂ ਨੂੰ ਰੱਬ ਨਹੀਂ ਮਾਰ ਦਿੱਤਾ, ਰੱਬ ਵੱਲੋਂ ਹੀ ਉਹ ਮਰੇ ਹੋਏ ਨੇ। ਤੇ ਇਹਨਾਂ ਮੋਇਆ ਹੋਇਆਂ ਬੰਦਿਆਂ ਨੂੰ ਹੋਰ ਕੀ ਮਾਰਨਾ ਹੋਇਆ, ਉਹਨਾਂ ਦਾ ਹੋਰ ਕੀ ਮਾਰੋਗੇ, ਮਰੇ ਬੰਦੇ ਦਾ ਹੋਰ ਕੀ ਮਾਰੋਗੇ, ਜਿਹੜਾ ਮਰ ਹੀ ਗਿਆ। ਹੁਣ ਉਹਦੇ ਟੁਕੜੇ ਟੁਕੜੇ ਕਰੀ ਜਾਓ, ਮਰ ਹੀ ਗਿਆ ਜਦੋਂ, ਤੇ ਮਰੇ ਦਾ ਕੀ ਮਾਰਨਾ। ਜਿਉਂਦੇ ਨੂੰ ਮਾਰ ਸਕਦੇ ਹੋ, ਮਰੇ ਦਾ ਕੀ ਮਾਰ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਲੋਕ ਆਤਮਿਕ ਮੌਤ ਤੇ ਮਰ ਗਏ ਨੇ, ਇਸ ਤੋਂ ਵਧੇਕ ਉਹਨਾਂ ਦੀ ਕੀ ਮੌਤ ਹੋਏਗੀ, ਜਿਉਂਦੇ ਹੀ ਮਰ ਗਏ ਨੇ ਉਹ। ਜਿਹੜਾ ਬੰਦੇ ਦੀ ਅੰਦਰੋਂ ਜ਼ਮੀਰ ਮਰ ਗਈ, ਇਨਸਾਨੀਅਤ ਮਰ ਗਈ, ਉਹਦਾ ਹੋਰ ਕੀ ਮਾਰੋਗੇ, ਜਦੋਂ ਉਹਨੂੰ ਕਿਸੇ ਕਿਸਮ ਦੀ ਸ਼ਰਮ ਹੀ ਨਹੀਂ, ਹਿਆ ਹੀ ਨਹੀਂ, ਜਿਹੜਾ ਇੰਨਾ ਵੱਡਾ ਲਾਪਰਵਾਹ ਹੈ, ਸਤ ਸੰਤੋਖ ਨੂੰ ਛੱਡ ਬੈਠਾ ਹੈ, ਆਚਰਨਹੀਣ ਹੈ, ਠੱਗੀਆਂ ਮਾਰ ਰਿਹਾ ਹੈ, ਤਾਂ ਉਹ ਮਰਿਆ ਹੋਇਆ ਹੈ, ਆਤਮਿਕ ਮੌਤ ਤੇ ਮਰ ਗਿਆ ਹੈ। ਮਹਿਲਾ ਤੀਜਾ। ਮਨ ਕੀ ਪੱਤਰੀ ਵਾਚਣੀ ਸੁਖੀ ਹੂੰ ਸੁਖਸਾਰ। ਸੁਖੀ ਹੂੰ ਸੁਖਸਾਰ ਦਾ ਮਤਲਬ ਸਾਰੇ ਸੁੱਖਾਂ ਦਾ ਸ੍ਰੇਸ਼ਟ ਸੁੱਖ, ਸਾਰਿਆਂ ਸੁੱਖਾਂ ਦਾ ਸਾਰ, ਸਾਰਿਆਂ ਸੁੱਖਾਂ ਦਾ ਤੱਤ, ਯਾਨੀ ਸਭ ਤੋਂ ਮਹਾਨ ਸੁੱਖ। ਮਨ ਕੀ ਪੱਤਰੀ, ਇੱਥੇ ਪੱਤਰੀ ਦਾ ਮਤਲਬ ਹੈ ਉਹ ਪੋਥੀ ਜਿਸ ਵਿੱਚ ਬ੍ਰਾਹਮਣ ਆਪਣੇ ਜਜਮਾਨਾਂ ਨੂੰ ਥਿੱਤਾਂ, ਵਾਰਾਂ ਵਗੈਰਾ ਦੱਸਦਾ ਹੈ। ਜੋਤਿਸ਼ ਵਾਲੀ ਪੱਤਰੀ ਜਿਹਦੇ ਵਿੱਚ ਉਹ ਵੇਖ ਕੇ ਦੱਸਦਾ ਹੈ ਕਿ ਕਿਹੜੀ ਥਿੱਤ ਹੈ, ਕਿਹੜੀ ਥਿੱਤ ਸ਼ੁਭ ਹੈ, ਕਿਹੜੀ ਥਿੱਤ ਸ਼ੁਭ ਨਹੀਂ ਹੈ, ਥਿੱਤਾਂ ਵਾਰ ਦੱਸਦੇ ਨੇ, ਉਹਨੂੰ ਪੱਤਰੀ ਕਹਿ ਦਿੰਦੇ ਨੇ ਕਿ ਪੰਡਤ ਜੀ ਪੱਤਰੀ ਕੱਢੋ ਤੇ ਸਾਨੂੰ ਦੱਸੋ ਵੀ ਕਿਹੜਾ ਵਾਰ ਸ਼ੁਭ ਹੈ, ਕੁੜੀ ਦਾ ਵਿਆਹ ਕਰਨਾ ਹੈ, ਮੁੰਡੇ ਦਾ ਵਿਆਹ ਕਰਨਾ ਹੈ, ਕਿਹੜਾ ਦਿਨ ਸ਼ੁਭ ਰਹੇਗਾ, ਲਗਨ ਸਾਹੇ ਸੋਧਣੇ, ਦਿਨ ਵਾਰ ਵੇਖਣਾ, ਕਿਹੜਾ ਗ੍ਰਹਿ ਕਿਹਦੇ ਘਰ ਵਿੱਚ ਬੈਠਾ ਹੈ ਤੇ ਕਿਹੜੇ ਘਰ ਵਿੱਚ ਬੈਠਾ ਹੈ, ਉਹਨੂੰ ਪੱਤਰੀ ਵਾਚਣੀ ਕਹਿੰਦੇ। ਗੁਰੂ ਜੀ ਕਹਿੰਦੇ ਨੇ ਹੁਣ ਇਹ ਜਿਹੜੀਆਂ ਪੱਤਰੀਆਂ ਵਾਚਣੀਆਂ ਨੇ, ਇਹਨਾਂ ਦੇ ਨਾਲ ਜੀਵਨ ਦੇ ਸੁੱਖ ਦੁੱਖ ਦਾ ਕੋਈ ਸੰਬੰਧ ਨਹੀਂ ਹੈ। ਕਿੰਨੇ ਸਾਰੇ ਜੋਤਸ਼ੀ ਨੇ, ਕਿੰਨੇ ਸਾਰੇ ਬਾਬੇ ਨੇ, ਕਿੰਨੇ ਹੋਰ ਲੋਕ ਨੇ ਜੋ ਕਿਸਮਤ ਤੇ ਵਿਸ਼ਵਾਸ ਰੱਖਦੇ ਨੇ, ਹੱਥ ਦੀਆਂ ਰੇਖਾਵਾਂ ਤੇ ਵਿਸ਼ਵਾਸ ਰੱਖਦੇ ਨੇ ਕਿ ਮੰਗਲਵਾਰ ਨੂੰ ਇਹ ਹੋ ਜਾਣਾ ਹੈ, ਬੁੱਧਵਾਰ ਕਰੋਗੇ ਇਹ ਹੋ ਜਾਏਗਾ, ਇਸ ਦਿਸ਼ਾ ਵੱਲ ਜਾਓਗੇ ਤਾਂ ਕੰਮ ਖਰਾਬ ਹੋ ਜਾਣਾ ਹੈ, ਤੁਰਦਿਆਂ ਜੇ ਕਿਸੇ ਨੇ ਪਿੱਛੋਂ ਨਿਛ ਮਾਰ ਦਿੱਤੀ ਤੇ ਤਾਂ ਤੁਹਾਡਾ ਕੰਮ ਖਰਾਬ ਹੋ ਜਾਣਾ, ਜੇ ਤੁਸੀਂ ਤੁਰ ਪਏ ਤੇ ਤੁਹਾਡੇ ਪਿੱਛੇ ਕੁੱਤੇ ਨੇ ਕੰਨ ਫਟਕ ਦਿੱਤੇ ਤੇ ਤਾਂ ਗੜਬੜ ਹੈ। ਮੈਨੂੰ ਯਾਦ ਆਉਂਦੀ ਹੈ, ਇੰਡੀਆ ਸੀ ਤੇ ਉਹ ਕਿਸੇ ਦੇ ਘਰ ਸੀ ਤੇ ਮੈਂ ਜਦੋਂ ਉੱਠ ਕੇ ਤੁਰਨ ਲੱਗਾ ਤੇ ਪਿੱਛੋਂ ਕੁੱਤੇ ਨੇ ਕੰਨ ਫਟਕ ਦਿੱਤੇ ਤੇ ਮਾਤਾ ਸੀ ਕਹਿਣ ਲੱਗੀ ਗਿਆਨੀ ਜੀ ਬਹਿ ਜਾਓ, ਕੁੱਤੇ ਨੇ ਕੰਨ ਫਟਕ ਦਿੱਤੇ ਨੇ।
ਤੇ ਮੈਂ ਕਿਹਾ ਬੇਬੇ ਹੁਣ ਕੁੱਤਾ ਕੰਨ ਨਹੀਂ ਫਟਕੇਗਾ, ਕੁੱਤਾ ਵਿਚਾਰਾ ਛੈਣੇ ਥੋੜੀ ਵਜਾਏਗਾ, ਉਹਦੇ ਕੋਲ ਕੰਨ ਨਹੀਂ ਹੈ ਨਾ। ਤਾਂ ਐਸੇ ਅੰਧ ਵਿਸ਼ਵਾਸ, ਗੁਰੂ ਜੀ ਕਹਿੰਦੇ ਨੇ ਐਸੇ ਅੰਧ ਵਿਸ਼ਵਾਸਾਂ ਦਾ ਕੋਈ ਫਾਇਦਾ ਨਹੀਂ ਹੈ। ਇਹੋ ਜਿਹੀਆਂ ਪੱਤਰੀਆਂ ਪੜ੍ਹਨੀਆਂ, ਇਹੋ ਜਿਹੇ ਅੰਧ ਵਿਸ਼ਵਾਸਾਂ ਦੇ ਵਿੱਚ ਪੈਣਾ, ਸ਼ੁਭ ਔਰ ਅਸ਼ੁਭ ਦੇ ਚੱਕਰ ਵਿੱਚ ਪੈਣਾ, ਇਹਦੇ ਨਾਲ ਸੁੱਖ ਨਹੀਂ ਮਿਲਦਾ ਕਦੇ ਵੀ, ਨਾ ਹੀ ਸੁੱਖਾਂ ਦੁੱਖਾਂ ਦਾ ਇਹਨਾਂ ਚੀਜ਼ਾਂ ਦੇ ਨਾਲ ਸੰਬੰਧ ਹੈ। ਇਸ ਲਈ ਲੋਕਾਂ ਨੂੰ ਥਿੱਤਾਂ ਆਦਿਕ ਦੱਸਣ ਲਈ ਪੱਤਰੀ ਪੜਨ ਦੇ ਥਾਂ ਤੇ ਮਨ ਕੀ ਪੱਤਰੀ ਵਾਚਣੀ, ਆਪਣੇ ਮਨ ਦੀ ਪੱਤਰੀ ਵਾਚਣੀ ਚਾਹੀਦੀ ਹੈ ਕਿ ਮੇਰੀ ਮਾਨਸਿਕਤਾ ਦੀ ਹਾਲਾਤ ਕੈਸੀ ਹੈ, ਮੇਰੇ ਮਨ ਦੇ ਅੰਦਰ ਕਿਹੜੇ ਸ਼ੁਭ ਔਰ ਅਸ਼ੁਭ ਗੁਣ ਔਰ ਔਗਣ ਨੇ, ਮੇਰੇ ਮਨ ਵਿੱਚ ਕਿੰਨੀ ਨੈਗੇਟਿਵਿਟੀ ਹੈ, ਪੋਜ਼ਿਟਿਵਿਟੀ ਹੈ, ਮੇਰੀ ਮਾਨਸਿਕਤਾ ਕਿੱਥੀ ਹੈ, ਮੇਰੇ ਮਨ ਦੀ ਹਾਲਾਤ ਕੀ ਹੈ, ਮੈਂ ਲੋਕਾਂ ਬਾਰੇ ਕੀ ਸੋਚਣਾ, ਮੇਰੇ ਮਨ ਦੇ ਅੰਦਰ ਕਿਹੜੇ ਕਿਹੜੇ ਵਿਸ਼ੇ ਵਿਕਾਰ ਨੇ ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ, ਮੈਨੂੰ ਕਿਹੜੇ ਕਿਹੜੇ ਗੁਣ ਧਾਰਨ ਕਰਨ ਦੀ ਜ਼ਰੂਰਤ ਹੈ, ਇਹ ਚੀਜ਼ ਵਾਚਣੀ ਚਾਹੀਦੀ ਹੈ। ਆਪਣੇ ਮਨ ਨੂੰ ਪੜ੍ਹਨਾ ਚਾਹੀਦਾ ਹੈ, ਆਪ ਸੈਲਫ ਐਨਾਲਿਸਿਸ ਕਰਨਾ ਚਾਹੀਦਾ ਹੈ। ਸੁਖੀ ਹੂੰ ਸੁਖਸਾਰ, ਤਾਂ ਫਿਰ ਵੱਡੇ ਤੋਂ ਵੱਡਾ ਸੁਖ ਮਿਲ ਸਕਦਾ ਹੈ। ਸ੍ਰੇਸ਼ਟ ਸੁਖ ਤਾਂ ਮਿਲ ਸਕਦਾ ਹੈ ਪੱਤਰੀਆਂ ਵਾਚਨ ਨਾਲ ਨਹੀਂ, ਥਿੱਤਾਂ ਵਾਰਾਂ ਦੇ ਨਾਲ ਨਹੀਂ। ਮਨ ਦੇ ਅੰਦਰ ਕਿੰਨੀ ਨੈਗੇਟਿਵਿਟੀ ਹੈ, ਮਨ ਵਿੱਚ ਕਿਹੜੇ ਕਿਹੜੇ ਮਾੜੇ ਵਿਚਾਰ ਨੇ, ਉਹਨਾਂ ਨੂੰ ਵਾਚ ਕੇ ਡਿਲੀਟ ਕਰਨਾ, ਔਰ ਕਿਹੜੇ ਕਿਹੜੇ ਸ਼ੁਭ ਗੁਣ ਮੈਨੂੰ ਚਾਹੀਦੇ ਨੇ, ਉਹਨਾਂ ਸ਼ੁਭ ਗੁਣਾਂ ਦੇ ਧਾਰਨੀ ਹੋਣਾ, ਆਪਣੀ ਮਾੜੀ ਸੋਚ ਨੂੰ ਚੰਗੀ ਸੋਚ ਵਿੱਚ ਬਦਲਣਾ, ਇਹ ਸਾਰੇ ਸੁੱਖਾਂ ਦਾ ਸਾਧਨ ਹੈ। ਸੋ ਬ੍ਰਾਹਮਣ ਭਲਾ ਆਖੀਐ, ਜੇ ਬੁੱਝੈ ਬ੍ਰਹਮ ਵਿਚਾਰ। ਤਾਂ ਗੁਰੂ ਜੀ ਕਹਿੰਦੇ ਨੇ ਥਿੱਤਾਂ ਔਰ ਵਾਰਾਂ ਦੀ ਭਲਾਈ ਔਰ ਬੁਰਾਈ ਵਿਚਾਰਨ ਦੀ ਥਾਂ ਤੇ ਉਹ ਬ੍ਰਾਹਮਣ ਚੰਗਾ ਹੈ, ਉਹਨੂੰ ਬ੍ਰਾਹਮਣ ਕਿਹਾ ਜਾ ਸਕਦਾ ਹੈ ਜੋ ਬ੍ਰਹਮ ਵਿਚਾਰ ਸਮਝੇ, ਜੋ ਵਿਚਾਰ ਰੱਬੀ ਵਿਚਾਰ ਨੂੰ ਸਮਝਦਾ ਹੈ, ਰੱਬੀ ਗੁਣਾਂ ਦੀ ਵਿਚਾਰ ਕਰੇ, ਰੱਬੀ ਰਜ਼ਾ ਦੀ ਗੱਲ ਕਰੇ, ਜੋ ਭਾਣੇ ਦੀ ਗੱਲ ਕਰੇ ਕਿ ਸਾਰਾ ਸੰਸਾਰ ਕੁਦਰਤੀ ਨੇਮਾਂ ਦੇ ਅੰਦਰ ਚੱਲ ਰਿਹਾ ਹੈ, ਉਹਨਾਂ ਨੇਮਾਂ ਦੀ ਗੱਲ ਕਰੇ, ਰੱਬੀ ਗੁਣਾਂ ਦੀ ਵਿਚਾਰ ਕਰੇ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੀ ਗੱਲ ਕਰੇ, ਉਹ ਬ੍ਰਾਹਮਣ ਭਲਾ ਕਿਹਾ ਜਾ ਸਕਦਾ ਹੈ। ਉਹ ਬ੍ਰਾਹਮਣ ਮਹਾਨ ਹੈ ਜੋ ਰੱਬ ਦੀ ਗੱਲ ਕਰਦਾ ਹੈ, ਰੱਬੀ ਗੁਣਾਂ ਦੀ ਗੱਲ ਕਰਦਾ ਹੈ, ਰੱਬੀ ਰਜ਼ਾ ਦੀ ਗੱਲ ਕਰਦਾ ਹੈ, ਉਹ ਭਲਾ ਹੈ। ਬਾਕੀ ਤਾਂ ਅੰਧ ਵਿਸ਼ਵਾਸ ਨੇ ਸਾਰੇ। ਹਰ ਸਾਲਾ ਹੈ, ਹਰ ਸਾਲਾ ਹੈ, ਹਰ ਪੜ੍ਹੈ, ਗੁਰ ਕੈ ਸ਼ਬਦ ਵਿਚਾਰ। ਇਹਨੂੰ ਪੜ੍ਹੈ ਪੋਲਾ ਜਾਂ ਨਹੀਂ ਪੜ੍ਹਨਾ, ਪੜ੍ਹੇ ਦੇ ਡਾੜੇ ਥੱਲੇ ਥੋੜਾ ਹਾਹਾ ਲਗਾ ਕੇ ਪੜ੍ਹੈ, ਪੜ੍ਹੇ ਦਾ ਮਤਲਬ ਪੜ੍ਹਨਾ। ਹਰ ਸਾਲਾ ਹੈ, ਹਰ ਪੜ੍ਹੈ, ਗੁਰ ਕੈ ਸ਼ਬਦ ਵਿਚਾਰ। ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰਕੇ ਜਿਹੜਾ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ ਔਰ ਪ੍ਰਭੂ ਦੇ ਗੁਣਾਂ ਨੂੰ ਹੀ ਪੜ੍ਹਦਾ ਹੈ, ਭਾਵ ਕਿ ਜੋ ਰੱਬੀ ਗੁਣਾਂ ਦਾ ਧਾਰਨੀ ਹੁੰਦਾ ਹੈ, ਰੱਬੀ ਗੁਣਾਂ ਬਾਰੇ ਗਿਆਨ ਹਾਸਲ ਕਰਦਾ ਹੈ। ਔਰ ਹਰ ਸਾਲਾਹੇ ਦਾ ਮਤਲਬ ਜੋ ਰੱਬੀ ਗੁਣਾਂ ਦਾ ਧਾਰਨੀ ਹੁੰਦਾ ਹੈ, ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਦਾ ਹੈ। ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ ਜਿਹੜਾ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ ਔਰ ਰੱਬੀ ਗੁਣਾਂ ਬਾਰੇ ਪੜ੍ਹਦਾ ਹੈ, ਪੱਤਰੀਆਂ ਨਹੀਂ ਪੜ੍ਹਦਾ ਫਿਰਦਾ, ਉਹ ਇਨਸਾਨ ਵੱਡਾ ਔਰ ਮਹਾਨ ਹੈ। ਆਇਆ ਉਹ ਪ੍ਰਵਾਨ ਹੈ, ਜੇ ਕੁੱਲ ਕਾ ਕਰੇ ਉਧਾਰ। ਆਇਆ ਦਾ ਮਤਲਬ ਸੰਸਾਰ ਵਿੱਚ ਜਨਮ ਲੈਣਾ, ਪ੍ਰਵਾਨ ਦਾ ਮਤਲਬ ਮੁਬਾਰਕ, ਉਧਾਰ ਦਾ ਮਤਲਬ ਪਾਰ ਉਤਾਰਾ, ਤੇ ਇੱਥੇ ਕੁੱਲ ਦਾ ਮਤਲਬ ਹੈ ਸਾਰਿਆਂ ਦਾ, ਕੁੱਲ ਦਾ ਮਤਲਬ ਸਾਰਿਆਂ ਦਾ। ਆਉਣਾ ਉਹਦਾ ਮੁਬਾਰਕ ਹੈ ਜਿਹੜਾ ਰੱਬੀ ਗੁਣਾਂ ਦੀ ਵਿਚਾਰ ਕਰੇ, ਰੱਬੀ ਰਜ਼ਾ ਦੀ ਵਿਚਾਰ ਕਰੇ, ਅੰਧ ਵਿਸ਼ਵਾਸਾਂ ਦਾ ਤਿਆਗ ਕਰੇ, ਮਨ ਬਚਨ ਕਰਮ ਕਰਕੇ ਸੱਚ ਦਾ ਧਾਰਨੀ ਹੋਵੇ, ਉਹਦਾ ਆਉਣਾ ਪ੍ਰਵਾਨ ਹੈ ਜਿਹੜਾ ਸਾਰਿਆਂ ਦਾ ਉਧਾਰ ਵੀ ਨਾਲ ਕਰੇ, ਹੋਰ ਲੋਕਾਂ ਨੂੰ ਵੀ ਵਿਕਾਰਾਂ ਤੋਂ ਬਚਾਏ, ਹੋਰ ਲੋਕਾਂ ਨੂੰ ਵੀ ਇਹਨਾਂ ਕਰਮ ਕਾਂਡਾਂ ਚੋਂ ਕੱਢੇ, ਆ ਕਿਸਮਤ ਵਗੈਰਾ ਤੇ ਪੱਤਰੀਆਂ ਤੇ ਸ਼ੁਭ ਮਹੂਰਤ ਤੇ ਰਾਸ਼ੀਆਂ ਦੇ ਚੱਕਰ ਦੇ ਵਿੱਚੋਂ ਲੋਕਾਂ ਨੂੰ ਵੀ ਬਾਹਰ ਕੱਢੇ, ਸਾਰਿਆਂ ਦਾ ਉਧਾਰ ਕਰੇ, ਵਿਕਾਰਾਂ ਤੋਂ ਬਚਾਏ ਸੰਸਾਰ ਭਰ ਦੇ ਲੋਕਾਂ ਨੂੰ। ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ ਚੁਗਲੀ ਨਿੰਦਾ ਝੂਠ ਫਰੇਬ ਜਾਤੀਵਾਦ ਮੇਰ ਤੇਰ ਦੇ ਵਿਤਕਰੇ, ਇਹਨਾਂ ਚੋਂ ਲੋਕਾਂ ਨੂੰ ਬਾਹਰ ਕੱਢੇ। ਸਤ ਸੰਤੋਖ ਦਇਆ ਧਰਮ ਧੀਰਜ ਔਰ ਗੁਣ ਗਿਆਨ ਵੈਰਾਗ ਦੇ ਨਾਲ ਇਨਸਾਨੀਅਤ ਦੇ ਨਾਲ ਜੋੜੇ, ਸਾਰਿਆਂ ਦਾ ਉਧਾਰ ਕਰੇ, ਉਹਦਾ ਆਉਣਾ ਪ੍ਰਵਾਨ ਹੈ, ਉਹ ਇਨਸਾਨ ਮਹਾਨ ਹੈ। ਕਿਉਂ? ਅੱਗੇ ਜਾਤ ਨਾ ਪੁੱਛੀਐ, ਕਰਨੀ ਸ਼ਬਦ ਹੈ ਸਾਰ। ਸਾਰ ਦਾ ਮਤਲਬ ਸ੍ਰੇਸ਼ਟ, ਕਰਨੀ ਦਾ ਮਤਲਬ ਜੋ ਅਸੀਂ ਜ਼ਿੰਦਗੀ ਜੀਂਦੇ ਆ, ਸ੍ਰੇਸ਼ਟ ਕਰਨੀ ਸਾਡੇ ਕਰਮ ਜਿਹੜੇ ਨੇ, ਜੀਵਨ ਦਾ ਢੰਗ।
ਤਾਂ ਅੱਗੇ ਜਾਤ ਨਹੀਂ ਪੁੱਛੀ ਜਾਂਦੀ, ਰੱਬੀ ਦਰਗਾਹ ਦੇ ਵਿੱਚ ਜਾਤ ਨਹੀਂ ਪੁੱਛੀ ਜਾਂਦੀ ਕਿ ਕੌਣ ਕਿਹੜੀ ਜਾਤ ਦਾ ਹੈ, ਕਿ ਉੱਚੀ ਜਾਤ ਵਾਲਿਆਂ ਨੂੰ ਰੱਬ ਪਿਆਰ ਕਰੇਗਾ ਤੇ ਨੀਵੀਂ ਜਾਤ ਵਾਲਿਆਂ ਨੂੰ ਰੱਬ ਆਪਣੀ ਦਰਗਾਹ ਚੋਂ ਬਾਹਰ ਕੱਢ ਦੇਗਾ। ਐਵੇਂ ਨਹੀਂ ਹੈ। ਰੱਬੀ ਦਰ ਤੇ ਜਾਤ ਪਾਤ ਨਹੀਂ ਹੈ। ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ। ਜਿੱਥੇ ਲੇਖਾ ਮੰਗਿਆ ਜਾਣਾ ਹੈ ਉੱਥੇ ਜਾਤ ਨਹੀਂ ਜਾਂਦੀ, ਜਿੱਥੇ ਲੇਖਾ ਮੰਗੀ ਹੈ ਤਿੱਥੇ ਦੇਹ ਜਾਤ ਨਾ ਜਾਏ। ਕਿਸੇ ਨੇ ਨਹੀਂ ਵੇਖਣਾ ਕਿ ਬੰਦਾ ਸੋਹਣਾ ਸੁਨੱਖਾ ਕੌਣ ਹੈ, ਕਿਹਦੇ ਨੈਣ ਨਕਸ਼ ਮਾੜੇ ਨੇ, ਕੌਣ ਉੱਚੀ ਨੀਵੀਂ ਜਾਤ ਦਾ ਹੈ। ਪਰਖ ਤਾਂ ਕਰਮਾਂ ਦੀ ਹੋਣੀ ਹੈ ਕਿ ਕਰਮ ਕਿਤੇ ਚੰਗੇ ਨੇ, ਬਿਹੇਵੀਅਰ ਕਿਹਦਾ ਚੰਗਾ ਹੈ, ਸੋਚ ਕਿਹਦੀ ਚੰਗੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਅੱਗੇ ਜਾਤ ਨਹੀਂ ਪੁੱਛੀ ਜਾਂਦੀ ਰੱਬੀ ਦਰ ਤੇ। ਜਿੱਥੇ ਯੂਨੀਵਰਸਲ ਟਰੁੱਥ ਮੁਤਾਬਕ ਫੈਸਲੇ ਹੁੰਦੇ ਨੇ ਉੱਥੇ ਜਾਤ ਨਹੀਂ ਪੁੱਛੀ ਜਾਂਦੀ। ਜੇ ਅਸੀਂ ਆਪਣੀ ਜ਼ਮੀਰ ਤੋਂ ਪੁੱਛੀਏ ਕਿ ਸਾਡੇ ਕਰਮ ਕੈਸੇ ਨੇ, ਤਾਂ ਸਿਰਫ ਅੰਦਰੋਂ ਵੀ ਆਵਾਜ਼ ਆ ਜਾਏਗੀ ਕਿ ਨਿਰੀ ਜਾਤ ਕਰਕੇ ਬੰਦਾ ਨਹੀਂ ਛੁੱਟਦਾ, ਕਰਮਾਂ ਕਰਕੇ ਛੁੱਟਦਾ ਹੈ। ਕਰਨੀ ਸ਼ਬਦ ਹੈ ਸਾਰ ਦਾ ਮਤਲਬ ਜੋ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਦਾ ਅਭਿਆਸ ਹੈ, ਮਤਲਬ ਗੁਰਬਾਣੀ ਅਨੁਸਾਰ ਜੋ ਜ਼ਿੰਦਗੀ ਜੀਣੀ ਹੈ, ਗੁਰੂ ਗਿਆਨ ਮੁਤਾਬਕ ਜੀਵਨ ਜੀਣਾ ਹੀ ਸਭ ਤੋਂ ਸ੍ਰੇਸ਼ਟ ਕਰਨੀ ਹੈ। ਸਭ ਤੋਂ ਸ੍ਰੇਸ਼ਟ ਕੰਮ ਕਿਹੜਾ ਹੈ? ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਣੀ। ਹੋਰ ਕੂੜ ਪੜਨਾ, ਕੂੜ ਕਮਾਵਣਾ, ਵਿਖਿਆ ਨਾਲ ਪਿਆਰ, ਰੱਬੀ ਗੁਣਾਂ ਨੂੰ ਛੱਡ ਕੇ ਹੋਰ ਜੋ ਪੜਨਾ ਹੈ ਕਾਮ ਕ੍ਰੋਧ ਆਦਿਕ ਬਾਰੇ, ਜਾਂ ਜਿਹੜੇ ਵਿਸ਼ੇ ਵਿਕਾਰ ਕਮਾਣੇ ਨੇ, ਮਾਇਆ ਦੇ ਨਾਲ ਜਿਹੜਾ ਪਿਆਰ ਹੈ, ਇਹ ਸਾਰਾ ਕੁਝ ਵਿਅਰਥ ਹੈ। ਮਾਇਆ ਦਾ ਮਤਲਬ ਸੋਚ, ਉਹ ਸੋਚ ਜੋ ਸਾਨੂੰ ਰੱਬੀ ਗੁਣਾਂ ਤੋਂ ਦੂਰ ਲੈ ਕੇ ਜਾਂਦੀ ਹੈ। ਉਹ ਸੋਚ ਬਾਰੇ ਪੜ੍ਹਨਾ, ਜਾਣਕਾਰੀ ਹਾਸਲ ਕਰਨੀ, ਉਹ ਸੋਚ ਨੂੰ ਅਪਣਾਣਾ, ਝੂਠ ਬੋਲਣਾ, ਝੂਠ ਪੜ੍ਹਨਾ, ਝੂਠ ਦੇ ਧਾਰਨੀ ਹੋਣਾ, ਇਹਨਾਂ ਚੀਜ਼ਾਂ ਦੇ ਨਾਲ ਆਤਮਿਕ ਮੌਤ ਆਉਂਦੀ ਹੈ। ਗੁਰੂ ਜੀ ਕਹਿੰਦੇ ਨੇ ਇਹਨਾਂ ਚੀਜ਼ਾਂ ਦੇ ਨਾਲ, ਵਿਖਿਆ ਨਾਲ, ਜ਼ਹਿਰ ਨਾਲ, ਆਤਮਿਕ ਮੌਤ ਦੇ ਨਾਲ ਜਿਹੜਾ ਪਿਆਰ ਕਰਨਾ ਹੈ ਨਾ, ਇਹ ਸਾਰਾ ਕੁਝ ਬੇਕਾਰ ਹੈ, ਵਿਅਰਥ ਹੈ। ਸੱਚ ਨੂੰ ਛੱਡ ਕੇ, ਬਾਣੀ ਨੂੰ ਛੱਡ ਕੇ, ਯੂਨੀਵਰਸਲ ਟਰੁੱਥ ਨੂੰ ਛੱਡ ਕੇ ਹੋਰ ਜੋ ਵੀ ਵਿਸ਼ੇ ਵਿਕਾਰਾਂ, ਅੰਧ ਵਿਸ਼ਵਾਸਾਂ ਵਾਲੀਆਂ ਪੜ੍ਹਾਈਆਂ ਕਰਨੀਆਂ, ਜਾਂ ਉਹਨਾਂ ਨੂੰ ਆਪਣੇ ਮਨ ਦੇ ਅੰਦਰ ਵਸਾਣਾ, ਜਾਂ ਉਹਨਾਂ ਗੁਣਾਂ ਦੇ ਉੱਤੇ ਅਮਲ ਉਹਨਾਂ ਔਗੁਣਾਂ ਤੇ ਕਰਨਾ, ਇਹ ਸਾਰਾ ਵਿਅਰਥ ਹੈ, ਬੇਕਾਰ ਹੈ। ਇਹਦੇ ਨਾਲ ਆਤਮਿਕ ਜੀਵਨ ਨਹੀਂ ਮਿਲਦਾ। ਅੰਦਰ ਸੁਖ ਨਾ ਹੋਵਈ, ਮਨਮੁਖ ਜਨਮ ਖੁਆਰ। ਇਹ ਜਿਹੜੇ ਵਿਸ਼ੇ ਵਿਕਾਰਾਂ ਬਾਰੇ ਪੜ੍ਹਨਾ, ਜਾਣਕਾਰੀ ਹਾਸਲ ਕਰਨੀ, ਮਤਲਬ ਵਿਸ਼ੇ ਵਿਕਾਰਾਂ ਨੂੰ ਜੋ ਕਮਾਣਾ ਹੈ, ਮਨ ਬਚਨ ਕਰਮ ਕਰਕੇ ਵਿਸ਼ੇ ਵਿਕਾਰਾਂ ਦਾ ਧਾਰ ਨਹੀਂ ਹੋਣਾ ਨਾ। ਅੰਦਰ ਸੁਖ ਨਾ ਆਵਈ, ਇਹ ਹੋਵਈ, ਇਹਦੇ ਨਾਲ ਕਦੇ ਵੀ ਅੰਦਰ ਸੁਖ ਨਹੀਂ ਪੈਦਾ ਹੁੰਦਾ, ਕਦੇ ਵੀ ਅੰਦਰ ਦੀ ਸ਼ਾਂਤੀ ਨਹੀਂ ਮਿਲਦੀ। ਮਨਮੁਖ ਜਨਮ ਖੁਆਰ, ਜੋ ਆਪ ਹੁਦਰੇ ਮਨੁੱਖ ਨੇ, ਜੋ ਰੱਬੀ ਰਜਾ ਭਾਣੇ ਤੋਂ ਉਲਟ ਨੇ, ਉਹ ਨਾ ਤਾਂ ਸਾਰਾ ਜਨਮ ਹੀ ਖੁਆਰ ਹੋ ਜਾਂਦਾ ਹੈ। ਉਹਨਾਂ ਦੀ ਸਾਰੀ ਜ਼ਿੰਦਗੀ ਬੇਕਾਰ ਚਲੀ ਜਾਂਦੀ ਹੈ, ਵਿਅਰਥ ਚਲੀ ਜਾਂਦੀ ਹੈ। ਦੇਖੋ, ਜ਼ਿੰਦਗੀ ਇਨਸਾਨ ਜੀ ਵੀ ਰਿਹਾ ਹੈ, ਜੀਣੀ ਵੀ ਹੈ, ਤਾਂ ਫਿਰ ਖੁਆਰ ਹੋ ਕੇ ਕਿਉਂ ਜੀਣੀ? ਪਰੇਸ਼ਾਨੀਆਂ ਵਿੱਚ ਕਿਉਂ ਜੀਣੀ? ਈਰਖਾ, ਦਵੇਸ਼, ਵੈਰ, ਵਿਰੋਧ, ਹੰਕਾਰ, ਇਹਦੇ ਵਿੱਚ ਕਿਉਂ ਸੜਨਾ? ਆਪਣੇ ਜੀਵਨ ਨੂੰ ਵਿਅਰਥ ਕਿਉਂ ਗਵਾਉਣਾ? ਫਿਰ ਹਰ ਪਲ ਨੂੰ ਇੰਜੋਏ ਕਰੋ। ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ, ਇਨਸਾਨੀਅਤ ਵਾਲੀ ਜ਼ਿੰਦਗੀ ਜੀਵੋ, ਜਿਹਦੇ ਕਰਕੇ ਅੰਦਰ ਸ਼ਾਂਤੀ ਆਵੇ, ਜਿਹਦੇ ਕਰਕੇ ਜੀਵਨ ਵਿੱਚ ਖੁਸ਼ੀ ਆਏ, ਅੰਦਰ ਚੜ੍ਹਦੀ ਕਲਾ ਰਹੇ, ਅੰਦਰ ਪੋਜ਼ਿਟਿਵਿਟੀ ਰਹੇ, ਦੂਜਿਆਂ ਨੂੰ ਵੀ ਸੁੱਖ ਸ਼ਾਂਤੀ ਸਾਡੇ ਤੋਂ ਮਿਲੇ। ਪਰ ਗੁਰੂ ਜੀ ਕਹਿੰਦੇ ਨੇ ਜਿਹੜੇ ਲੋਕ ਵਿਸ਼ੇ ਵਿਕਾਰਾਂ ਦੇ ਨਾਲ ਜੁੜੇ ਨੇ, ਉਹਨਾਂ ਵਿਸ਼ੇ ਵਿਕਾਰਾਂ ਕਰਕੇ ਅੰਦਰ ਵੀ ਸ਼ਾਂਤੀ ਨਹੀਂ ਆਉਂਦੀ, ਸੁੱਖ ਵੀ ਨਹੀਂ ਹੁੰਦਾ। ਆਪ ਹੁਦਰਾ ਮਨੁੱਖ ਆਪਣੇ ਜੀਵਨ ਨੂੰ ਖੁਆਰ ਕਰ ਲੈਂਦਾ ਹੈ। ਨਾਨਕ ਨਾਮ ਰਤੇ ਸੇ ਉਬਰੇ, ਗੁਰ ਕੈ ਹੇਤ ਅਪਾਰ। ਅਪਾਰ ਦਾ ਮਤਲਬ ਬੇਅੰਤ ਪਿਆਰ, ਹੇਤ ਦਾ ਮਤਲਬ ਪਿਆਰ, ਅਪਾਰ ਹੇਤ ਦਾ ਮਤਲਬ ਬੇਅੰਤ ਪਿਆਰ ਦੇ ਨਾਲ। ਨਾਮ ਰਤੇ ਦਾ ਮਤਲਬ ਜੋ ਪ੍ਰਭੂ ਦੇ ਹੁਕਮ ਵਿੱਚ ਰੰਗੇ ਗਏ, ਪ੍ਰਭੂ ਦੀ ਸਿਫਤ ਸਲਾਹ ਵਿੱਚ ਰੰਗੇ ਗਏ। ਉਬਰੇ ਦਾ ਮਤਲਬ ਉਹ ਬਚ ਗਏ। ਜੋ ਮਨੁੱਖ ਗੁਰੂ ਦੇ ਚਰਨਾਂ ਵਿੱਚ ਬਹੁਤ ਪ੍ਰੇਮ ਕਰਦੇ ਨੇ, ਗੁਰੂ ਦੇ ਚਰਨਾਂ ਦਾ ਮਤਲਬ ਗੁਰੂ ਦੇ ਸਿਧਾਂਤ, ਗੁਰੂ ਦੀ ਫਿਲਾਸਫੀ, ਗੁਰੂ ਦੀ ਵਿਚਾਰਧਾਰਾ। ਜੋ ਮਨੁੱਖ ਗੁਰੂ ਦੀ ਵਿਚਾਰਧਾਰਾ ਵਿੱਚ ਬਹੁਤ ਪ੍ਰੇਮ ਕਰਕੇ ਪ੍ਰਭੂ ਦੇ ਗੁਣਾਂ ਵਿੱਚ ਰੰਗੇ ਗਏ, ਪ੍ਰਭੂ ਦੀ ਸਿਫਤ ਸਲਾਹ ਵਿੱਚ ਰੰਗੇ ਗਏ, ਉਬਰੇ ਦਾ ਮਤਲਬ ਉਹ ਇਨਸਾਨ ਜਿਹੜੇ ਨੇ ਵਿਖਿਆ ਦੇ ਅਸਰ ਤੋਂ, ਜ਼ਹਿਰ ਦੇ ਅਸਰ ਤੋਂ, ਆਤਮਿਕ ਮੌਤ ਦੇ ਅਸਰ ਤੋਂ ਬਚ ਗਏ, ਉਹਨਾਂ ਦਾ ਪਾਰ ਉਤਾਰਾ ਹੋ ਗਿਆ। ਗੁਰੂ ਦੀ ਵਿਚਾਰਧਾਰਾ ਨਾਲ ਬੇਅੰਤ ਪਿਆਰ ਕਰਕੇ
ਜਿਹੜੇ ਪ੍ਰਭੂ ਦੀ ਸਿਫਤ ਸਲਾਹ ਵਿੱਚ ਰੰਗੇ ਗਏ, ਜਿਨ੍ਹਾਂ ਨੇ ਮਨ ਬਚਨ ਕਰਮ ਕਰਕੇ ਰੱਬੀ ਗੁਣਾਂ ਨੂੰ ਧਾਰਨ ਕਰ ਲਿਆ, ਉਹ ਇਨਸਾਨ ਵਿਸ਼ੇ ਵਿਕਾਰਾਂ ਤੋਂ ਬਚ ਗਏ। ਪੌੜੀ, ਆਪੇ ਕਰ ਕਰ ਵੇਖਦਾ ਆਪੇ ਸਭ ਸੱਚਾ। ਪ੍ਰਭੂ ਆਪ ਹੀ ਜੀਵਾਂ ਨੂੰ ਕਰ ਕਰ ਵੇਖਦਾ ਦਾ ਮਤਲਬ ਪੈਦਾ ਕਰ ਕਰਕੇ ਸੰਭਾਲ ਕਰ ਰਿਹਾ ਹੈ, ਵੇਖ ਰਿਹਾ ਦਾ ਮਤਲਬ ਸੰਭਾਲ ਕਰ ਰਿਹਾ ਹੈ। ਪ੍ਰਭੂ ਆਪ ਹੀ ਸੰਸਾਰ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਇਹਦੀ ਸੰਭਾਲ ਕਰਦਾ ਹੈ। ਆਪੇ ਸਭ ਸੱਚਾ, ਤੇ ਉਹ ਸੱਚਾ ਪ੍ਰਭੂ ਆਪ ਹੀ ਆਪ ਚਾਰ ਚੁਫੇਰੇ ਪਸਰਿਆ ਹੋਇਆ ਹੈ। ਆਪ ਹੀ ਇਹ ਜਗਤ ਰੂਪ ਹੋਇਆ ਪਿਆ ਹੈ, ਆਪ ਹੀ ਚਾਰ ਚੁਫੇਰੇ ਪਸਰਿਆ ਹੋਇਆ ਹੈ, ਹਰ ਜੀਵ ਜੰਤ ਦੇ ਵਿੱਚ ਵਸ ਰਿਹਾ ਹੈ। ਤਾਂ ਰੱਬੀ ਰਜਾ ਦੇ ਅੰਦਰ ਹੀ ਸਾਰਾ ਕੁਝ ਪੈਦਾ ਹੋ ਰਿਹਾ ਹੈ, ਰੱਬੀ ਰਜਾ ਦੇ ਅੰਦਰ ਹੀ ਪਾਲਣਾ ਹੋ ਰਹੀ ਹੈ, ਔਰ ਰੱਬੀ ਰਜਾ ਹਰ ਥਾਂ ਦੇ ਉੱਤੇ ਕੰਮ ਕਰ ਰਹੀ ਹੈ, ਵਰਕ ਕਰ ਰਹੀ ਹੈ, ਹਰ ਥਾਂ ਦੇ ਉੱਤੇ ਪ੍ਰਭੂ ਦੇ ਨੇਮ ਕੰਮ ਕਰ ਰਿਹਾ। ਤਾਂ ਪ੍ਰਭੂ ਆਪ ਜੀਵ ਦੇ ਇਹ ਸੰਸਾਰ ਦੇ ਜੀਵਾਂ ਨੂੰ ਰਚਦਾ ਹੈ, ਆਪ ਹੀ ਉਹਨਾਂ ਦੀ ਪਾਲਣਾ ਕਰਦਾ ਹੈ, ਔਰ ਆਪ ਹੀ ਚਾਰ ਚੁਫੇਰੇ ਪਸਰਿਆ ਹੋਇਆ ਹੈ। ਜੋ ਹੁਕਮ ਨਾ ਬੂਝੈ ਖਸਮ ਕਾ, ਸੋਈ ਨਰ ਕੱਚਾ। ਕੱਚਾ ਦਾ ਮਤਲਬ ਕੱਚਾ ਪਿੱਲਾ ਡੋਲਣ ਵਾਲਾ, ਜਿਹਦਾ ਸਿਦਕ ਨਹੀਂ, ਜਿਹੜਾ ਡੋਲ ਜਾਂਦਾ ਹੈ, ਛੋਟਾ ਜਿਹਾ ਵਿਸ਼ੇ ਵਿਕਾਰ ਨੂੰ ਵੇਖ ਕੇ ਡੋਲ ਗਿਆ। ਚਾਰ ਚਾਰ ਪੈਸਿਆਂ ਪਿੱਛੇ ਲੋਕ ਆਪਣਾ ਧਰਮ ਇਮਾਨ ਗਵਾ ਬੈਂਦੇ ਨੇ, ਇਨਸਾਨੀਅਤ ਤੋਂ ਗਿਰ ਜਾਂਦੇ ਨੇ, ਕਰੈਕਟਰ ਤੋਂ ਗਿਰ ਜਾਂਦੇ ਨੇ, ਬੇਈਮਾਨੀਆਂ ਕਰਨ ਲੱਗ ਜਾਂਦੇ ਨੇ। ਤਾਂ ਜੋ ਪ੍ਰਭੂ ਦੀ ਰਜ਼ਾ ਨੂੰ ਨਹੀਂ ਸਮਝਦਾ, ਜੋ ਪ੍ਰਭੂ ਦੀ ਰਜ਼ਾ ਦੀ ਮਹਾਨਤਾ ਨੂੰ ਨਹੀਂ ਸਮਝਦਾ, ਜੋ ਰੱਬੀ ਰਜਾ ਵਿੱਚ ਨਹੀਂ ਚੱਲਦਾ, ਸੋਈ ਨਰ ਕੱਚਾ, ਉਹ ਇਨਸਾਨ ਕੱਚਾ ਪਿੱਲਾ ਹੈ, ਉਹ ਇਨਸਾਨ ਡੋਲ ਜਾਂਦਾ ਹੈ, ਸੱਚ ਦੇ ਰਾਹਾਂ ਤੋਂ ਪਰੇ ਚਲਾ ਜਾਂਦਾ ਹੈ, ਸੰਤੋਖ ਨੂੰ ਛੱਡ ਜਾਂਦਾ ਹੈ, ਦਇਆ ਨੂੰ ਛੱਡ ਜਾਂਦਾ ਹੈ, ਇਨਸਾਨੀਅਤ ਨੂੰ ਛੱਡ ਜਾਂਦਾ ਹੈ। ਉਹ ਇਨਸਾਨ ਥਾਂ ਥਾਂ ਤੇ ਡੋਲਦੇ ਨੇ। ਹੁਣ ਡੋਲੇ ਹੋਏ ਇਨਸਾਨ ਤੁਹਾਨੂੰ ਦੁਨੀਆ ਵਿੱਚ ਮਿਲ ਜਾਣਗੇ। ਕਿੰਨੇ ਸਾਰੇ ਪਤੀ ਪਤਨੀਆਂ ਨੇ ਜਿਨ੍ਹਾਂ ਦੀਆਂ ਤਲਾਕਾਂ ਵਿਚਾਰਿਆਂ ਦੀਆਂ ਹੋ ਗਈਆਂ ਨੇ, ਡੋਲ ਗਏ ਨਾ ਸੱਚ ਤੋਂ, ਕਿਉਂਕਿ ਰਜਾ ਭਾਣੇ ਨੂੰ ਨਹੀਂ ਸਮਝਿਆ। ਕਿੰਨੇ ਬੱਚੇ ਨੇ ਜਿਹੜੇ ਡੋਲ ਗਏ ਇਨਸਾਨੀਅਤ ਤੋਂ, ਆਪਣੇ ਮਾਂ-ਬਾਪ ਤੋਂ ਦੂਰ ਚਲੇ ਗਏ। ਕਿੰਨੇ ਮਾਂ-ਬਾਪ ਨੇ ਜਿਹੜੇ ਡੋਲ ਗਏ, ਜੋ ਰਜਾ ਨੂੰ ਨਹੀਂ ਸਮਝਦੇ, ਬੱਚਿਆਂ ਨੂੰ ਛੱਡ ਕੇ ਚਲੇ ਗਏ। ਜਿਨ੍ਹਾਂ ਨੇ ਰਜਾ ਭਾਣੇ ਨੂੰ ਨਹੀਂ ਸਮਝਿਆ, ਭੈਣਾਂ ਤੋਂ, ਭਰਾਵਾਂ ਤੋਂ ਦੂਰ ਚਲੇ ਗਏ। ਇਨਸਾਨ ਤੋਂ ਦੂਰ ਚਲਾ ਗਿਆ, ਪਰਿਵਾਰ ਬਿਖਰ ਗਏ, ਰਿਸ਼ਤੇ ਟੁੱਟ ਗਏ। ਚਾਰ ਚਾਰ ਪੈਸਿਆਂ ਪਿੱਛੇ ਲੋਕ ਬੰਦਾ ਮਾਰ ਰਹੇ ਨੇ, ਕਰੈਕਟਰ ਤੋਂ ਹੀਣੇ ਹੋ ਰਹੇ ਨੇ, ਡੋਲ ਰਹੇ ਨੇ ਨਾ। ਸਿਰਫ ਉਹ ਡੋਲਦੇ ਨੇ ਜੋ ਰੱਬੀ ਰਜਾ ਦੀ ਮਹਾਨਤਾ ਨੂੰ ਨਹੀਂ ਸਮਝਦੇ। ਜਿਨ੍ਹਾਂ ਨੇ ਇਹਨਾਂ ਚੀਜ਼ਾਂ ਨੂੰ ਫੋਲੋ ਨਹੀਂ ਕੀਤਾ, ਉਹ ਲੋਕ ਕੱਚੇ ਨੇ, ਡੋਲਦੇ ਨੇ। ਜਿਤ ਭਾਵੈ ਤਿਤ ਲਾਇੰਦਾ, ਗੁਰਮੁਖ ਹਰ ਸੱਚਾ। ਗੁਰਮੁਖ ਦਾ ਮਤਲਬ ਗੁਰੂ ਦੇ ਸਨਮੁਖ ਰਹਿਣ ਵਾਲਾ। ਜੋ ਗੁਰੂ ਦੇ ਸਨਮੁਖ ਹੁੰਦਾ ਹੈ, ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ, ਜਿਸ ਨੂੰ ਗੁਰੂ ਨੇ ਵਿਵੇਕ ਬੁੱਧ ਦਿੱਤੀ ਹੈ, ਜਿਸ ਨੂੰ ਗੁਰੂ ਨੇ ਕਾਮਨ ਸੈਂਸ ਦਿੱਤੀ ਹੈ, ਜਿਸ ਪਾਸੇ ਪ੍ਰਭੂ ਦੀ ਰਜ਼ਾ ਹੋਵੇ ਉਸ ਪਾਸੇ ਹੀ ਜੀਵ ਨੂੰ ਲੈ ਜਾਂਦਾ ਹੈ। ਇਹ ਉਸ ਗੁਰਮੁਖ ਨੂੰ ਪਤਾ ਲੱਗ ਜਾਂਦਾ ਹੈ। ਜਿਸ ਨੂੰ ਗੁਰੂ ਦੇ ਸਨਮੁਖ ਕਰਦਾ ਹੈ ਨਾ, ਉਹ ਪ੍ਰਭੂ ਦਾ ਰੂਪ ਹੋ ਜਾਂਦਾ ਹੈ। ਜਾਂ ਅਸੀਂ ਕਹਿ ਸਕਦੇ ਹਾਂ, ਜੋ ਗੁਰੂ ਦੀ ਮੰਨ ਕੇ ਚੱਲਦਾ ਹੈ, ਉਸ ਨੂੰ ਸੱਚਾ ਹਰੀ ਚਾਰ ਚੁਫੇਰੇ ਦਿਸਦਾ ਹੈ, ਔਰ ਉਹਨੂੰ ਸਮਝ ਆ ਜਾਂਦੀ ਕਿ ਜਿਤ ਭਾਵੇ ਤਿਤ ਲਾਇੰਦਾ, ਕਿ ਜਿੱਧਰ ਪਾਉਂਦਾ ਹੈ ਜੀਵ, ਪ੍ਰਭੂ ਜੀਵਾਂ ਨੂੰ ਉਧਰ ਹੀ ਲਾਂਦਾ ਹੈ। ਯਾਨੀ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਇਨਸਾਨ ਰੱਬ ਦਾ ਰੂਪ ਹੋ ਜਾਂਦਾ ਹੈ, ਔਰ ਉਹਨੂੰ ਇਹ ਸਮਝ ਆ ਜਾਂਦੀ ਹੈ ਕਿ ਹਰ ਜੀਵ ਰੱਬ ਦੀ ਰਜ਼ਾ ਦੇ ਅੰਦਰ ਹੀ ਚੱਲੀ ਜਾ ਰਿਹਾ ਹੈ, ਚਾਹੇ ਉਹ ਬੁਰਾ ਹੈ ਜਾਂ ਭਲਾ ਹੈ। ਰਜ਼ਾ ਦੇ ਵਿੱਚ ਬੁਰਾ ਹੋ ਗਿਆ, ਰਜ਼ਾ ਵਿੱਚ ਭਲਾ ਹੋ ਗਿਆ, ਕਿਉਂਕਿ ਹੁਕਮ ਹੈ, ਸਿਸਟਮ ਹੈ। ਜੇ ਅੰਦਰ ਨੈਗੇਟਿਵ ਵਿਚਾਰ ਪੈਦਾ ਕਰੋਗੇ ਤੇ ਤੁਹਾਡੇ ਅੰਦਰ ਨੈਗੇਟਿਵਿਟੀ ਆਂਦੀ ਚਲੀ ਜਾਏਗੀ। ਉਹਨਾਂ ਨੂੰ ਸਮਝ ਆ ਜਾਂਦੀ ਕਿ ਨੈਗੇਟਿਵ ਰਜਾ ਦੇ ਵਿੱਚ ਹੀ ਹੋ ਗਿਆ, ਇਹਨੇ ਕੀਤਾ ਹੀ ਐਸਾ, ਰਜਾ ਵਿੱਚ ਐਵੇਂ ਹੋਣਾ ਸੀ। ਪਰ ਜਿਹੜੇ ਪੋਜ਼ਿਟਿਵ ਸੋਚਦੇ ਨੇ, ਚੰਗਾ ਸੋਚਦੇ ਨੇ, ਉਹਨਾਂ ਦੇ ਅੰਦਰ ਪੋਜ਼ਿਟਿਵਿਟੀ, ਚੜ੍ਹਦੀ ਕਲਾ ਆਈ ਜਾਂਦੀ। ਸਿਸਟਮ ਹੈ ਨਾ। ਹੁਣ ਬੰਦਾ ਕੀ ਕਰੇਗਾ, ਉਹਦਾ ਫਲ ਜਿਹੜਾ ਹੈ ਸਿਸਟਮ ਵਿੱਚ ਮਿਲਣਾ ਹੈ। ਇਸ ਗੱਲ ਦੀ ਸਮਝ ਗੁਰੂ ਅਨੁਸਾਰੀ ਇਨਸਾਨ ਨੂੰ ਆ ਜਾਂਦੀ ਹੈ। ਉਹ ਫਿਰ ਰੱਬੀ ਗੁਣਾਂ ਦਾ ਧਾਰਨੀ ਹੁੰਦਾ ਹੈ, ਉਹ ਫਿਰ ਸੱਚੇ ਰੱਬ ਦਾ ਹੀ ਰੂਪ ਹੋ ਜਾਂਦਾ ਹੈ, ਔਰ ਉਹ ਹਮੇਸ਼ਾ ਸੱਚ ਬੋਲਦਾ, ਸੱਚ ਸੁਣਦਾ, ਸੱਚ ਵੇਖਦਾ, ਸੱਚ ਕਮਾਉਂਦਾ ਹੈ। ਸਭਨਾ ਕਾ ਸਾਹਿਬ ਏਕ ਹੈ, ਗੁਰ ਸ਼ਬਦੀ ਰਚਾ। ਇੱਥੇ ਰਚਾ ਦਾ ਮਤਲਬ ਰਚਿਆ ਜਾ ਸਕਦਾ ਹੈ, ਮਿਲਿਆ ਜਾ ਸਕਦਾ ਹੈ। ਗੁਰੂ ਜੀ ਕਹਿੰਦੇ ਨੇ ਸਭਨਾ ਕਾ ਸਾਹਿਬ ਏਕ ਹੈ। ਵੈਸੇ ਤਾਂ ਸਾਰਿਆਂ ਦਾ ਰੱਬ ਹੀ ਹੈ ਨਾ, ਮਾਲਕ। ਸਾਰਿਆਂ ਦਾ ਮਾਲਕ ਰੱਬ ਹੀ ਹੈ, ਮੇਰਾ ਵੀ, ਤੁਹਾਡਾ ਵੀ, ਹੋਰ ਵੀ ਸਾਰਿਆਂ ਦਾ, ਭਲਿਆਂ ਦਾ, ਬੁਰਿਆਂ ਦਾ, ਸਾਰਿਆਂ ਦਾ ਇੱਕੋ ਹੀ ਰੱਬ ਹੈ।
ਇਕੋਸਿਸਟਮ ਵਿੱਚ ਨੇ, ਇੱਕੋ ਹੀ ਸੂਰਜ ਸਾਰਿਆਂ ਨੂੰ ਚਾਨਣ ਦੇ ਰਿਹਾ ਹੈ, ਚੰਦਰਮਾ ਹੈ, ਆਕਸੀਜਨ ਹੈ, ਹਵਾ ਹੈ, ਪੌਣ ਹੈ, ਪਾਣੀ ਹੈ, ਬੈਸੰਤਰ ਹੈ, ਧਰਤੀ ਹੈ, ਸਾਰੇ ਇਕੋਸਿਸਟਮ ਦੇ ਅੰਦਰ ਹੀ ਚੱਲ ਰਿਹਾ ਨਾ। ਮਾਲਕ ਤੇ ਸਾਰਿਆਂ ਦੀ ਵੈਸੇ ਇੱਕ ਹੈ, ਪਰ ਗੁਰੂ ਜੀ ਕਹਿੰਦੇ ਨੇ ਗੁਰ ਸ਼ਬਦੀ ਰਚਾ, ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ ਰੱਬ ਦੇ ਵਿੱਚ ਮਿਲਿਆ ਜਾ ਸਕਦਾ ਹੈ, ਰਚਿਆ ਮਿਚਿਆ ਜਾ ਸਕਦਾ ਹੈ। ਗੁਰੂ ਦੇ ਗਿਆਨ ਨੂੰ ਜੇ ਸਮਝ ਲੈ ਨਾ ਬੰਦਾ, ਤੇ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਵੇ, ਤਾਂ ਫਿਰ ਰੱਬ ਦੇ ਅੰਦਰ ਰਚ ਮਿਚ ਕੇ ਰੱਬ ਵਰਗਾ ਹੀ ਹੋ ਜਾਂਦਾ ਹੈ। ਸਾਰਿਆਂ ਦਾ ਮਾਲਕ ਰੱਬ ਹੀ ਹੈ, ਸਭਨਾ ਕਾ ਸਾਹਿਬ ਏਕ ਹੈ, ਸਾਹਿਬ ਸਾਰਿਆਂ ਦੇ ਇੱਕ ਹੈ, ਇੱਕੋ ਹੀ ਪਸਰਿਆ ਹੋਇਆ ਹੈ। ਪਰ ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ, ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਉਸ ਰੱਬ ਵਿੱਚ ਰਚਿਆ ਜਾ ਸਕਦਾ ਹੈ, ਰੱਬ ਵਰਗੇ ਹੋਇਆ ਜਾ ਸਕਦਾ ਹੈ। ਗੁਰਮੁਖ ਸਦਾ ਸਲਾਹੀਐ ਸਭ ਤਿਸ ਤੇ ਜੱਚਾ। ਜੱਚਾ ਦਾ ਮਤਲਬ ਚੋਜ ਤਮਾਸ਼ੇ, ਜਚਨਾ, ਚੋਜ ਤਮਾਸ਼ੇ, ਕੌਤਕ। ਗੁਰੂ ਜੀ ਕਹਿੰਦੇ ਨੇ ਸਾਰੇ ਕੌਤਕ ਰੱਬ ਦੇ ਨੇ, ਜੋ ਆ ਸੰਸਾਰ ਵਿੱਚ ਪੈਦਾ ਹੋ ਰਿਹਾ ਨਾ, ਖੰਡ ਮੰਡਲ ਬ੍ਰਹਿਮੰਡ, ਜਿੰਨੇ ਵੀ ਯੂਨੀਵਰਸ, ਆਕਾਸ਼ ਗੰਗਾਵਾਂ, ਜਿੰਨੀ ਵੀ ਆ ਵਨਸਪਤੀ ਆਦਿਕ ਹੈ, ਜੀਵ ਜੰਤ ਨੇ, ਇਹ ਸਭ ਉਸ ਰੱਬ ਦੇ ਕੌਤਕ ਨੇ। ਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਗੁਰਮੁਖ ਸਦਾ ਸਲਾਹੀਏ। ਗੁਰਮੁਖ ਦਾ ਮਤਲਬ ਗੁਰੂ ਦੇ ਸਨਮੁਖ ਹੋ ਕੇ, ਗੁਰੂ ਦਾ ਉਪਦੇਸ਼ ਲੈ ਕੇ ਸਾਨੂੰ ਸਦਾ ਪ੍ਰਭੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਯਾਨੀ ਸਾਨੂੰ ਰੱਬੀ ਗੁਣਾਂ ਦੇ ਧਾਰ ਨਹੀਂ ਹੋਣਾ ਚਾਹੀਦਾ। ਸਾਰੇ ਉਹਦੇ ਕੌਤਕ ਨੇ। ਸਾਡਾ ਇੱਕੋ ਹੀ ਫਰਜ਼ ਹੈ ਕਿ ਅਸੀਂ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਵੀਏ ਔਰ ਪ੍ਰਭੂ ਦੀ ਸਿਫਤ ਸਲਾਹ ਕਰੀਏ। ਜਿਉ ਨਾਨਕ ਆਪ ਨਚਾਏਂਦਾ ਤਿਵ ਹੀ ਕੋ ਨੱਚਾ। ਨੱਚਾ ਦਾ ਮਤਲਬ ਨੱਚਦਾ ਹੈ, ਨਚਾਏਂਦਾ ਦਾ ਮਤਲਬ ਨਚਾਉਂਦਾ ਹੈ। ਜਦੋਂ ਗੁਰੂ ਦੇ ਦੱਸੇ ਰਾਹ ਤੇ ਬੰਦਾ ਚੱਲਦਾ ਹੈ, ਕਾਮਨ ਸੈਂਸ ਮਿਲਦੀ ਹੈ, ਅਸਲੀਅਤ ਦਾ ਗਿਆਨ ਹੁੰਦਾ ਹੈ, ਤਾਂ ਉਹਨੂੰ ਸਮਝ ਪੈ ਜਾਂਦੀ ਹੈ ਕਿ ਜਿਵੇਂ ਆਪ ਪ੍ਰਭੂ ਜੀਵਾਂ ਨੂੰ ਨਚਾਉਂਦਾ ਹੈ, ਉਵੇਂ ਹੀ ਨੱਚਦੇ ਨੇ, ਉਵੇਂ ਹੀ ਜ਼ਿੰਦਗੀ ਜੀ ਰਹੇ ਨੇ। ਯਾਨੀ ਪ੍ਰਭੂ ਦੀ ਰਜ਼ਾ ਦੇ ਅੰਦਰ ਸਾਰੇ ਜੀਵ ਆਪਣੇ ਜੀਵਨ ਦਾ ਨਾਚ ਨੱਚ ਰਹੇ ਨੇ, ਕੋਈ ਨੈਗੇਟਿਵ ਤੇ ਕੋਈ ਪੋਜ਼ਿਟਿਵ, ਕੋਈ ਚੰਗਾ ਔਰ ਕੋਈ ਮਾੜਾ। ਰੱਬ ਦੇ ਹੁਕਮ ਤੋਂ ਬਾਹਰ ਕੁਝ ਨਹੀਂ ਹੈ, ਸਾਰਾ ਕੁਝ ਰਜ਼ਾ ਭਾਣੇ ਦੇ ਅੰਦਰ ਹੈ, ਸਿਸਟਮ ਦੇ ਅੰਦਰ ਹੈ। ਜੇ ਸਿਸਟਮ ਨੂੰ ਸਹੀ ਫੋਲੋ ਕਰੋਗੇ ਤਾਂ ਜੀਵਨ ਸਹੀ ਹੋ ਜਾਏਗਾ, ਤੇ ਜੇ ਸਿਸਟਮ ਨੂੰ, ਰੱਬੀ ਰਜ਼ਾ ਨੂੰ ਫੋਲੋ ਨਹੀਂ ਕਰੋਗੇ, ਜੀਵਨ ਦੇ ਅੰਦਰ ਗੜਬੜ ਹੋ ਜਾਏਗੀ, ਜੀਵਨ ਬਰਬਾਦ ਹੋ ਜਾਏਗਾ। ਤਾਂ ਉਹਨੂੰ ਸਮਝ ਪੈ ਜਾਂਦੀ ਹੈ ਕਿ ਜਿਵੇਂ ਪ੍ਰਭੂ ਆਪ ਜੀਵਾਂ ਨੂੰ ਚਲਾਉਂਦਾ ਹੈ, ਰੱਬੀ ਰਜ਼ਾ ਦੇ ਅੰਦਰ ਇਹ ਸਾਰੀ ਜਿਹੜੀ ਕਾਇਨਾਤ ਹੈ ਉਹ ਕੰਮ ਕਰ ਰਹੀ ਹੈ। ਇਹ ਚੀਜ਼ ਦੀ ਸਮਝ ਉਸ ਨੂੰ ਪੈ ਜਾਂਦੀ ਹੈ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ। ਤਾਂ ਅਸੀਂ ਹਰ ਸ਼ਬਦ ਦੇ ਵਿੱਚ ਵੇਖ ਰਹੇ ਹਾਂ ਕਿ ਸਾਨੂੰ ਇੱਕ ਸੰਦੇਸ਼, ਉਪਦੇਸ਼ ਮਿਲ ਰਿਹਾ ਹੈ ਕਿ ਗੁਰੂ ਦੇ ਆਸ਼ੇ ਮੁਤਾਬਕ ਜ਼ਿੰਦਗੀ ਜੀਵੋ, ਗੁਰੂ ਤੋਂ ਗਿਆਨ ਦੀ ਦਾਤ ਲਓ, ਗਿਆਨ ਅਨੁਸਾਰ, ਗੁਰੂ ਗਿਆਨ ਦੀ ਅਗਵਾਈ ਦੇ ਅੰਦਰ ਰੱਬੀ ਰਜ਼ਾ ਨੂੰ ਫੋਲੋ ਕਰੋ, ਔਗੁਣਾਂ ਦਾ ਤਿਆਗ ਕਰੋ, ਗੁਣਾਂ ਦੇ ਧਾਰਨੀ ਹੋਵੋ। ਐਸੀ ਜ਼ਿੰਦਗੀ ਜੀਵੀ ਜਾ ਸਕਦੀ ਹੈ। ਐਸੀ ਜ਼ਿੰਦਗੀ ਜੀਣੀ ਹਰ ਇਨਸਾਨ ਦਾ ਹੱਕ ਵੀ ਹੈ ਔਰ ਹਰ ਇਨਸਾਨ ਦਾ ਫਰਜ਼ ਵੀ ਹੈ। ਇਸ ਲਈ ਚਾਹੀਦਾ ਹੈ ਸਾਨੂੰ ਕਿ ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਪ ਪੜ੍ਹੀਏ, ਆਪ ਵਿਚਾਰੀਏ, ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰੀਏ। ਤਾਂ ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਇਹ ਪਾਵਨ ਵਾਰ ਜਿਹੜੀ ਹੈ ਇਹਦੀ ਸਮਾਪਤੀ ਹੋ ਗਈ ਹੈ। ਕੱਲ ਤੋਂ ਅਗਲੀ ਵਾਰ ਆਰੰਭ ਕਰਾਂਗੇ। ਸਾਡੇ ਕੋਲ ਹਾਲੇ ਕਾਫੀ ਸਾਰਾ ਟਾਈਮ ਬਚਿਆ ਹੈ। ਤਾਂ ਇਸ ਵਾਰ ਦੇ ਵਿੱਚੋਂ ਆਪ ਨੇ ਕੀ ਸਿੱਖਿਆ, ਆਪ ਨੂੰ ਕੀ ਨਵਾਂ ਮਿਲਿਆ, ਆਪ ਉਹ ਵਿਚਾਰ ਰੱਖ ਸਕਦੇ ਹੋ। ਔਰ ਜੇ ਕਿਸੇ ਵੀਰ ਭੈਣ ਦਾ ਅੱਜ ਦੀ ਇਸ ਵਿਚਾਰ ਵਿੱਚ ਕੋਈ ਸਵਾਲ ਹੈ ਤਾਂ ਉਹ ਸਵਾਲ ਵੀ ਕਰ ਸਕਦਾ ਹੈ, ਆਪਣੇ ਕਮੈਂਟ ਦੇ ਸਕਦੇ ਹੋ ਅਨਮਿਊਟ ਹੋ ਕੇ। ਕਲਾਸ ਦੀ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।